ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਸਾਹਿਬ ਜੀਓ ਕਬ ਹੈ ਬੁਲਾਵਹਿ ਰਾਏ ਬੁਲਾਰੂ ਦਰਸ਼ਨ ਬਦਨ ਬਿਲੋਕਤ ਚਾਰੂ ਭੋਜਨ ਦਿਜ ਤੇ ਰੁਚਿਰ ਕਰਾਵੈ ਪੁਨ ਪੁਨ ਬਿਨੈ ਭਨਹਿ ਅਚਵਾਵੈ ਕਬ ਹੈ ਬੁਲਾਵਹਿ ਰਾਏ ਬੁਲਾਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਬਹੁਤ ਹੀ ਸੁੰਦਰ ਦੀਵਾਨ ਸਜ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਕਾਸ਼ ਸੇਵਾ ਤੋਂ ਉਪਰੰਤ ਗ੍ਰੰਥੀ ਸਾਹਿਬਾਨ ਦੀ ਰਚਨਾ ਰਾਹੀਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਖਾਰਬਿੰਦ ਰਾਹੀਂ ਉਚਾਰਨ ਹੋਈ ਪਵਿੱਤਰ ਬਾਣੀ ਜਪ ਬਾਣੀ ਦਾ ਪਾਠ ਜਾਪ ਉਪਰੰਤ ਰਾਗੀ ਸਿੰਘਾਂ ਦੀ ਰਚਨਾ ਰਾਹੀਂ ਗੁਰਬਾਣੀ ਦੇ ਸਿੰਘੀ ਦੇ ਨਿਯਮਾਂ ਵਿੱਚ ਕੀਰਤਨ ਹੋਇਆ ਹੈ। ਆਪ ਸਰਵਣ ਕਰ ਰਹੇ ਸੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਦਾ ਮਹਾਨ ਅਨੋਖਾ ਜੀਵਨ ਹੈ, ਉੱਚਾ ਸੁੱਚਾ ਇਤਿਹਾਸ ਹੈ, ਲਸਾਨੀ ਹੈ, ਅਮੋਲਕ ਹੈ, ਮਹਾਨ ਹੈ। ਉਹ ਆਪਾਂ ਲੜੀਵਾਰ ਰੂਪ ਵਿੱਚ ਸਰਵਣ ਕਰ ਰਹੇ ਹਾਂ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਰਾਏ ਬੁਲਾਰ ਦਾ ਪ੍ਰੇਮ ਪਿਆਰ ਦੇਖ ਕੇ ਏਮਨਾਬਾਦ ਤੋਂ ਚੱਲਦੇ ਹੋਏ ਰਾਏ ਭੋਏ ਦੀ ਤਲਵੰਡੀ ਤੋਂ ਬਾਹਰ ਜਿੱਥੇ ਭਾਈ ਬਾਲੇ ਦੇ ਪਿਤਾ ਤੇਜਪਾਲ ਜੀ ਦਾ ਖੂਹ, ਇੱਥੇ ਆ ਵਿਰਾਜੇ ਸਨ। ਮਾਤਾ ਤ੍ਰਿਪਤਾ ਜੀ, ਆਪ ਜੀ ਦੇ ਪਿਤਾ ਕਾਲੂ ਜੀ, ਚਾਚਾ ਲਾਲੂ ਜੀ, ਹੋਰ ਸਿੱਖ ਸੇਵਕ ਸਾਰੇ ਪਾਸ ਗਏ। ਸਾਰਿਆਂ ਨੇ
ਮੋਹ ਵਿੱਚ ਆ ਕੇ ਤਰ੍ਹਾਂ ਤਰ੍ਹਾਂ ਦੇ ਬਚਨ ਕਹੇ। ਆਪ ਜੀ ਹਨ ਸੁਣੇ ਕਰ ਛੱਡੇ। ਫਿਰ ਰਾਏ ਬੁਲਾਰ ਜੀ ਦਾ ਨਾਂ ਲਿਆ ਵੀ ਉਹਨਾਂ ਕੋਲ ਤਾਂ ਚੱਲੋ। ਪਰਮੇਸ਼ਰ ਦਾ ਆਪਣਾ ਭਗਤ ਜਾਣ ਕੇ, ਪ੍ਰੇਮੀ ਸ਼ਰਧਾਲੂ ਜਾਣ ਕੇ ਫਿਰ ਉਹਦੇ ਕੋਲ ਚੱਲ ਕੇ ਆ ਗਏ। ਉਸਨੇ ਵੀ ਜਿਵੇਂ ਸੰਸਾਰੀ ਲੋਕਾਂ ਦਾ ਮੋਹ ਪਿਆਰ ਹੁੰਦਾ, ਉਸ ਸੰਬੰਧ ਵਿੱਚ ਸਤਿਗੁਰੂ ਜੀ ਨੂੰ ਕਿਹਾ ਕਿ ਮਹਾਰਾਜ ਤੁਸੀਂ ਬਾਹਰ ਚਲੇ ਜਾਂਦੇ ਹੋ, ਮਾਤਾ ਦੇ ਕੋਈ ਇੱਕ ਸਪੁੱਤਰੋਂ ਵਿਛੋੜੇ ਕਰਕੇ ਔਖੀ ਹੁੰਦੇ ਹੈ, ਤੁਸੀਂ ਇੱਥੇ ਰਿਹਾ ਕਰੋ, ਚੰਗੀ ਗੱਲ ਹੋਊਗੀ। ਮੈਂ ਆਪਣਾ ਵੱਲੋਂ ਮਹਾਰਾਜ 3 ਖੂਹਾਂ ਦੀ ਖੇਤੀ ਧਰਤੀ ਦੇ ਦਿੰਦਾ, ਕੋਈ ਉਹਦਾ ਮੁਆਵਲਾ ਨਹੀਂ ਲਿਆ ਜਾਊਗਾ, ਤੇ ਉਹ ਕੰਮ ਹੀ ਰੱਖ ਦਿਆਂਗੇ, ਉਹ ਕਰੀ ਕਰਾਈ ਚੱਲੋ। ਮਹਾਰਾਜ ਨੇ ਕਹਿੰਦੇ ਵੀ ਅਸੀਂ ਤਾਂ ਖੇਤੀ ਵੀ ਪਹਿਲਾਂ ਬਹੁਤ ਕਰ ਰਹੇ ਹਾਂ, ਸੋਹਣੀ ਖੇਤੀ ਹੋ ਰਹੀ ਹੈ। ਉਹ ਆਪ ਜੀ ਨੇ ਜਿਵੇਂ ਮੁੱਖੋਂ ਸ਼ਬਦ ਉਚਾਰਨ ਕਰਕੇ ਦੱਸਿਆ, ਉਹ ਕੱਲ ਆਪਾਂ ਪ੍ਰਸੰਗ ਪੜ੍ਹਿਆ। ਤੇ ਰਾਏ ਬੁਲਾਰ ਨੂੰ ਵੀ ਕਿਹਾ, ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਵਾਸੇ, ਤੂੰ ਵੀ ਖੇਤੀ ਕਰ, ਤਾਂ ਵੀ ਤੂੰ ਵੀ ਮਹਾਨ ਸ਼ਾਹੂਕਾਰ ਬ੍ਰਹਮ ਗਿਆਨੀ ਤਤਵਿਤਾ ਹੋਣ ਰੂਪ ਹੋ ਜਾਏ, ਬਣ ਜਾਏ। ਇਸ ਤਰ੍ਹਾਂ ਆਪ ਜੀ ਨੇ ਬਚਨ ਵਿਲਾਸ ਕੀਤੇ। ਫਿਰ ਇਸਨੇ ਸ਼ਰਧਾ ਨਾਲ ਬ੍ਰਹਮਣ ਰਾਹੀਂ ਭੋਜਨ ਤਿਆਰ ਕਰਕੇ ਸਤਿਗੁਰੂ ਨੂੰ ਛਕਵਾਇਆ ਹੈ। ਅਖੀਰੀ ਰਾਏ ਬੁਲਾਰ ਜੀ ਨੇ ਕਹਿ ਦਿੱਤਾ ਵੀ ਤੁਸੀਂ ਹੁਣ ਘਰੇ ਚਲੇ ਜਾਓ, ਇਹ ਤਾਂ ਮੌਜ ਦੇ ਮਾਲਕ ਹੈ, ਬੇਪਰਵਾਹ ਕਿਸੇ ਦੇ ਕਿਹਾ ਹੋਇਆ, ਇਸ ਤਰ੍ਹਾਂ ਹੱਥ ਵਿੱਚ ਨਹੀਂ ਹੈ, ਆਪਣੀ ਮੌਜ ਵਿੱਚ ਸੁਤੰਤਰ ਹਨ, ਆਜ਼ਾਦ ਹਨ। ਸਾਰਾ ਪਰਿਵਾਰ ਚਲਿਆ ਗਿਆ। ਰਾਤ ਰਾਏ ਬੁਲਾਰ ਕੋਲ ਹੀ ਆਪ ਜੀ ਰਹੇ। ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਆਦਿਕ ਦੀ ਕਿਰਿਆ ਕੀਤੀ, ਬਾਹਰ ਚਲੇ ਗਏ। ਫਿਰ ਜੀ ਕੀਤਾ ਆਪਣੀ ਮੌਜ ਵਿੱਚ ਹੀ ਘਰੇ ਆ ਗਏ। ਆਪੇ ਹੀ ਮਾਤਾ ਦੇਖ ਕੇ ਬਹੁਤ ਪ੍ਰਸੰਨ ਹੋ ਗਏ। ਖੁਸ਼ੀ ਵਿੱਚ ਅੰਗਾਂ ਵਿੱਚ ਨਹੀਂ ਸਮਾਉਂਦੇ। ਇਹਨਾਂ ਨੂੰ ਪਿਤਾ ਕਾਲੂ ਜੀ ਆ ਗਏ। ਆਇਆਂ ਦੇਖ ਕੇ ਫਿਰ ਜਿਵੇਂ ਅਗਿਆਨੀ ਲੋਕ ਅਗਿਆਨਤਾ ਬਸ ਕਹੇ ਹੋਏ ਕੁਝ ਕਹਿੰਦੇ ਸੁਣਦੇ ਹੁੰਦੇ, ਭਾਵੇਂ ਗੁਰੂ ਨਾਨਕ ਸਾਹਿਬ ਭਾਵੇਂ ਘਰੇ ਪਰਮੇਸ਼ਰ ਰੂਪ ਆਇਆ ਹੋਇਆ, ਪਰ ਪਿਓ ਤੇ ਅਗਿਆਨ ਦਾ ਪੜਦਾ ਹੈ। ਅਗਿਆਨਤਾ ਬਸ ਹੋਇਆ, ਫਿਰ ਲੱਗਿਆ ਮਹਾਰਾਜ ਨੂੰ ਸਮਝਾਉਣ, ਲਾਂਭੇ ਜੇ ਦੇਣ ਵੀ, ਜਦੋਂ ਤੋਂ ਤੁਹਾਡਾ ਜਨਮ ਹੋਇਆ ਮੇਰੇ ਘਰੇ ਮੈਨੂੰ ਕੋਈ ਸੁੱਖ ਨਹੀਂ ਮਿਲਿਆ ਹੈ। ਮੈਂ ਬਹੁਤ ਸਮਝਾਇਆ, ਤੁਸੀਂ ਮੇਰੀ ਇੱਕ ਗੱਲ ਨਹੀਂ ਮੰਨੀ ਹੈ। ਇਸੇ ਤਰ੍ਹਾਂ ਹੁਣ ਸਾਰੇ ਸ਼ਰੀਕ ਕਹਿੰਦੇ ਇਹਨਾਂ ਦਾ ਬੱਚਾ, ਇਹਨੂੰ ਕੋਈ ਕੰਮ ਨਹੀਂ ਆਉਂਦਾ ਸੀ, ਕਰ ਨਹੀਂ ਸਕਦਾ ਸੀ, ਫਕੀਰ ਹੋ ਗਿਆ। ਉਹਦੇ ਨਾ ਸਾਡੀ ਖੱਤਰੀ ਜਾਤ ਦੀ ਲੱਜਿਆ ਰੱਖੀ ਹੈ, ਨਾ ਕੋਈ ਵੇਦੀਆਂ ਦੀ ਬੰਸ ਦਾ ਗਿਆ ਗੋਤ ਹੈ, ਉਹਦੀ ਇੱਜ਼ਤ ਰੱਖੀ ਹੈ। ਇਸ ਤਰ੍ਹਾਂ ਵਿਸ਼ੇਸ਼ ਕਰਕੇ ਆ ਜਿਹੜਾ ਭੇਖ ਜਾਂ ਤੁਸੀਂ ਧਾਰਿਆ, ਇਹਦੇ ਨਾਲ ਤਾਂ ਮੇਰੀ ਲੋਕਾਂ ਵਿੱਚ ਬਹੁਤ ਇੱਜ਼ਤ ਰੋਜ਼ ਚਲੀ ਗਈ ਹੈ। ਇਸ ਤਰ੍ਹਾਂ ਦੇ ਬਚਨ ਹੁਣ ਕਹਿ ਰਿਹਾ ਵੀ, ਇਹ ਦੁੱਖ ਦੇਣ ਵਾਲੇ ਗੁਰੂ ਨਾਨਕ ਪੁੱਤਰ, ਚਲੋ ਨਹੀਂ ਕੁਝ ਕਰਨਾ ਤੇ ਘਰੇ ਤਾਂ ਟਹਿ ਰਹੋ। ਫਕੀਰਾਂ ਵਾਲੇ ਕੱਪੜੇ ਜੇ ਲਾ ਕੇ ਕਫਨੀ ਭਰੇ ਸਿੱਟ ਕੇ ਸਾਡੇ ਬਣ ਕੇ ਰਹੋ। ਮਹਾਰਾਜ ਸੁਣ ਕੇ ਚੁੱਪ ਹੀ ਰਹੇ ਨੇ, ਕਿਉਂਕਿ ਪਿਤਾ ਨੂੰ ਕਿਹੜਾ ਪਤਾ ਹੈ ਵੀ ਇਹ ਜਿਸ ਰੂਪ ਵਿੱਚ ਵਿਚਰ ਰਿਹਾ, ਇਹਦੇ ਨਾਲ ਤਾਂ ਮੈਨੂੰ ਬੜੇ ਭਾਰੀ ਅਗਿਆਨੀ ਨੂੰ ਗਿਆਨੀ ਗਿਆਨ ਹੋਣਾ ਹੈ, ਦੁਖੀ ਨੂੰ ਸੁੱਖ ਹੋਣਾ ਹੈ। ਉਹ ਗਿਆਨ ਬਸ ਵਿੱਚ ਹੈ ਕਿ ਜਿਵੇਂ ਇਹਨੇ ਮੁੱਖੋਂ ਬਚਨ ਕਹੇ, ਮਹਾਰਾਜ ਨੇ ਚੁੱਪਚਾਪ ਸੁਣ ਲਏ। ਆਪਣੇ ਮੁਖ ਤੋਂ ਕੋਈ ਵੀ ਜਿਹੜਾ ਬਚਨ ਬਾਹਰ ਨਹੀਂ ਕੱਢਿਆ ਹੈ। ਇਹ ਤੇ ਜਿਹੜਾ ਰਾਏ ਬੁਲਾਰ ਹੈ, ਜਦੋਂ ਜੀ ਕਰਦਾ ਗੁਰੂ ਮਹਾਰਾਜ ਨੂੰ ਬੁਲਾ ਲੈਂਦਾ ਹੈ ਤੇ ਬ੍ਰਹਮਣ ਰਾਹੀਂ ਭੋਜਨ ਤਿਆਰ ਕਰਕੇ ਆਪਣੇ ਸਾਹਮਣੇ ਹਜ਼ੂਰੀ ਵੀ ਛਕਾਉਂਦਾ ਤੇ ਨਿਹਾਲ ਤੇ ਕਰਤਾਰ ਹੁੰਦਾ ਹੈ। ਇਸ ਤਰ੍ਹਾਂ ਦਾ ਪ੍ਰਸੰਗ ਆਪਾਂ ਕੱਲ੍ਹ ਸੁਣਿਆ ਸੀ। ਜਿਸ ਤਰ੍ਹਾਂ ਰਾਏ ਬੁਲਾਰ ਨੇ ਮਹਾਰਾਜ ਨੂੰ ਬੇਨਤੀ ਕਰਕੇ ਕਿਹਾ ਸੀ, ਮਹਾਰਾਜ ਅਗਿਆਨ ਦੂਰ ਕਰੋ, ਆਤਮਾ ਦੀ ਲਖਤਾ ਕਰਾਓ ਵੀ ਆਤਮਾ ਕੀ ਹੈ, ਪਰਮਾਤਮਾ ਕੀ ਹੈ।
ਸੋ ਜਿਵੇਂ ਗੁਰੂ ਮਹਾਰਾਜ ਨੇ ਇਹਦੀ ਬੇਨਤੀ ਮੰਨ ਕੇ ਆਤਮ ਸਰੂਪ ਦੀ ਲਖਤਾ ਕਰਾਈ, ਇਹਦਾ ਸਵੈ ਸਰੂਪ ਜਨਾਇਆ, ਸਮਝਾਇਆ, ਸਾਖਿਆਤ ਕਰਿਆ ਕਰਾਇਆ, ਉਹ ਅੱਜ ਪ੍ਰਸੰਗ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਕਬ ਹੈ ਬੁਲਾਵੈ ਰਾਏ ਬੁਲਾਰੂ। ਕਦੇ ਕਦੇ ਤਾਂ ਰਾਏ ਬੁਲਾਰ ਸਤਿਗੁਰੂ ਜੀ ਨੂੰ ਆਪਣੇ ਕੋਲ ਬੁਲਾ ਲੈਂਦਾ, ਸੱਦ ਲੈਂਦਾ ਹੈ। ਦਰਸ਼ਨ ਬਦਨ ਬਿਲੋਕਤ ਚਾਰੂ। ਗੁਰੂ ਮਹਾਰਾਜ ਦੇ ਦਰਸ਼ਨ ਕਰਦਾ, ਸੋਹਣਾ ਮੁਖੜਾ ਤੱਕਦਾ ਹੈ। ਭੋਜਨ ਦਿਜ ਤੇ ਰੁਚਰ ਕਰਾਵੈ। ਗੁਰੂ ਮਹਾਰਾਜ ਆ ਜਾਂਦੇ ਹਨ, ਬ੍ਰਾਹਮਣ ਨੂੰ ਕਹਿ ਕੇ ਮਹਾਰਾਜ ਦੇ ਛਕਣ ਵਾਸਤੇ ਸੋਹਣੇ ਸੁੰਦਰ ਭੋਜਨ ਤਿਆਰ ਕਰਵਾਉਂਦਾ ਹੈ। ਪੁਨ ਪੁਨ ਬਿਨੈ ਭਨ ਹੈ ਅਚਵਾਵੈ। ਵਾਰ ਵਾਰ ਬੇਨਤੀਆਂ ਕਰਕੇ ਸਤਿਗੁਰਾਂ ਨੂੰ ਤਰ੍ਹਾਂ ਤਰ੍ਹਾਂ ਦੇ ਭੋਜਨ ਛਕਾਉਂਦਾ ਹੈ। ਪ੍ਰੇਮ ਬਿਲੋਕ ਰਾਏ ਕੋ ਪੂਰਾ। ਗੁਰੂ ਮਹਾਰਾਜ ਜੀ ਰਾਏ ਦਾ ਪੂਰਾ ਪੂਰਾ ਪ੍ਰੇਮ ਪਿਆਰ ਵੇਖ ਕੇ ਨਹਿ ਸ਼ਰਦਾ ਤੇ ਜਿਹ ਉਰ ਊਰਾ। ਇਸ ਰਾਏ ਬੁਲਾਰ ਦਾ ਵੀ ਜਿਹੜਾ ਹਿਰਦਾ ਸ਼ਰਧਾ ਤੋਂ ਖਾਲੀ ਨਹੀਂ ਹੈ, ਸ਼ਰਧਾ ਸਹਿਤ ਹੈ। ਸ੍ਰੀ ਗੁਰ ਬਚਨ ਬਹੋਰਹਿ ਨਾਹੀ। ਗੁਰੂ ਮਹਾਰਾਜ ਜੋ ਰਾਏ ਬੁਲਾਰ ਬਚਨ ਕਹਿੰਦਾ ਉਹਨੂੰ ਬਿਲਕੁਲ ਨਹੀਂ ਮੋੜਨਾ ਕਰਦੇ। ਜਬ ਹੈ ਬੁਲਾਏ ਨਿਕਟ ਤਬ ਜਾਹੀ। ਜਦੋਂ ਕਿਤੇ ਸੇਵਕ ਰਾਹੀਂ ਮਹਾਰਾਜ ਨੂੰ ਬੁਲਾਉਂਦਾ ਹੈ ਰਾਏ ਬੁਲਾਰ, ਉਸੇ ਵੇਲੇ ਕੋਲ ਚਲੇ ਜਾਂਦੇ ਆਪ ਜੀ। ਲੇਵਨ ਹੇਤ ਗਿਆਨ ਉਪਦੇਸ਼ਾ। ਇੱਕ ਦਿਨ ਰਾਏ ਬੁਲਾਰ ਜੀ ਨੇ ਗੁਰੂ ਮਹਾਰਾਜ ਦੇ ਪਾਸੋਂ ਬ੍ਰਹਮ ਗਿਆਨ ਦਾ ਉਪਦੇਸ਼ ਲੈਣ ਵਾਸਤੇ ਔਰ ਅਬਲਾਖਾ ਆਦਿਕ ਨਰੇਸ਼ਾ। ਰਾਜੇ ਦੇ ਹਿਰਦੇ ਚ ਬੜੀ ਭਾਰੀ ਕਹਿੰਦੇ ਤਕੜੀ ਅਬਲਾਖਾ ਉੱਠੀ ਹੈ, ਖਾਸ ਛੁੱਟੀ ਵੀ ਇਹਨਾਂ ਪਾਸੋਂ ਮੈਂ ਬ੍ਰਹਮ ਗਿਆਨ ਪ੍ਰਾਪਤ ਕਰਾਂ। ਵਿਵਧ ਭਾਂਤ ਕੀ ਕਰ ਹੈ ਸੁਸੇਵਾ। ਇਸੇ ਕਰਕੇ ਤਰ੍ਹਾਂ ਤਰ੍ਹਾਂ ਦੀ ਇਹ ਜਿਹੜੀ ਸੇਵਾ ਹੈ ਸਤਿਗੁਰਾਂ ਦੀ ਕਰਦਾ ਹੈ। ਨਿਸ ਦਿਨ ਧਿਆਨ ਧਰਹਿ ਗੁਰਦੇਵਾ। ਰਾਤ ਹੋਵੇ ਦਿਨ ਹੋਵੇ ਗੁਰੂ ਮਹਾਰਾਜ ਦੇ ਸਰੂਪ ਦਾ ਇਹ ਧਿਆਨ ਧਰਦਾ, ਧਿਆਨ ਲਾਉਂਦਾ ਹੈ। ਆਯੂ ਬ੍ਰਿਧ ਜਿਹ ਜੀਵਨ ਥੋਰਾ। ਜਿਸ ਰਾਏ ਬੁਲਾਏ ਦੀ ਬਿਰਧ ਉਮਰ ਹੋ ਗਈ ਹੈ, ਜਿਉਣਾ ਜੀਵਨ ਵਿੱਚ ਥੋੜਾ ਜਿਹਾ ਰਹਿੰਦਾ ਹੈ। ਚਾਹਿਤ ਕੇ ਸਫਲ ਜਨਮ ਹੋਇ ਮੋਰਾ। ਰਾਏ ਬੁਲਾਰ ਚਾਹੁੰਦਾ ਹੈ ਵੀ ਮਹਾਰਾਜ ਪਾਸੋਂ ਗਿਆਨ ਪ੍ਰਾਪਤ ਕਰਕੇ ਮੇਰਾ ਜਿਹੜਾ ਮਨੁੱਖਾ ਜਨਮ ਹੈ ਧਾਰਿਆ ਸਫਲ ਹੋ ਜਾਵੇ। ਅਸ਼ਟ ਜਾਮ ਮਨ ਮੈਂ ਲਿਵ ਲਾਗੀ। ਅੱਠੇ ਪੈਰ ਨੰਦੇ ਵਿੱਚ ਇਹੀ ਲਿਵ ਲੱਗੀ ਰਹਿੰਦੀ, ਬਿਰਤੀ ਲੱਗੀ ਰਹਿੰਦੀ ਹੈ। ਸ੍ਰੀ ਗੁਰ ਚਰਨ ਕਮਲ ਅਨੁਰਾਗੀ। ਉਹ ਕਿ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦਾ ਪ੍ਰੇਮੀ ਬਣਿਆ ਰਹਿੰਦਾ ਹੈ। ਮੰਦੀ ਲੈ ਮਹਾਰਾਜ ਦੇ ਚਰਨਾਂ ਵਿੱਚ ਹੀ ਲੱਗੀ ਰਹਿੰਦੀ ਹੈ। ਇੱਕ ਬਾਸੁਰ ਨਰ ਪਠ ਅਵਨੀਪਾ। ਇੱਕ ਦਿਨ ਦੀ ਗੱਲ ਹੈ, ਰਾਏ ਬੁਲਾਰ ਨੇ ਇੱਕ ਪੁਰਸ਼ ਨੂੰ ਮਹਾਰਾਜ ਦੇ ਕੋਲ ਭੇਜਿਆ ਹੈ। ਕਮਲ ਬਦਨ ਬੁਲਵਾਇ ਸਮੀਪਾ। ਇਹਨਾਂ ਦਾ ਕਮਲ ਵਰਗਾ ਸੋਹਣਾ ਖਿੜਿਆ ਮੁਖ ਹੈ, ਉਹਨਾਂ ਨੂੰ ਆਪਣੇ ਕੋਲ ਬੁਲਵਾਇਆ, ਸਦਵਾਇਆ ਹੈ। ਦੁਇ ਕਰ ਬੰਦੇ ਬਿਨੈ ਬਖਾਨੀ। ਗੁਰੂ ਮਹਾਰਾਜ ਆ ਗਏ ਹਨ, ਇਹਨੇ ਦੋਵੇਂ ਹੱਥ ਜੋੜੇ ਹਨ ਤੇ ਬੇਨਤੀ ਕੀਤੀ, ਆਖੀ ਹੈ ਦੀਨ ਦਿਆਲ ਦਾਸਨ ਗਤ ਦਾਨੀ। ਜਿਨ੍ਹਾਂ ਤੇ ਦਿਆਲਤਾ ਕਰਨ ਵਾਲੇ ਦਾਸਾਂ ਨੂੰ ਮੁਕਤੀ ਦੇਣ ਵਾਲੇ ਦਾਨੀ। ਮਮ ਸਰੂਪ ਕੋ ਦੇਹੁ 부ਝਾਈ। ਮਹਾਰਾਜ ਜਿਹੜਾ ਸਵੈ ਸਰੂਪ ਹੈ, ਆਤਮਾ ਹੈ, ਉਹ ਮੈਨੂੰ ਸਮਝਾ ਬੁਝਾ ਦੇਵੋ। ਭੂਲ ਰਹਿਓ ਜਿਹ ਸੁਧ ਨਹਿ ਕਾਈ। ਮੈਂ ਤਾਂ ਮਹਾਰਾ ਆਤਮ ਸਰੂਪ ਤੋਂ ਭੁੱਲਿਆ, ਮੈਨੂੰ ਤਾਂ ਕੋਈ ਉਹਦੀ ਖਬਰ ਸਾਰੀ ਨਹੀਂ ਵੀ ਮੇਰਾ ਆਤਮ ਸਰੂਪ ਕੀ ਹੈ। ਕੋ ਮੈਂ ਹੋ ਕਛ ਜਾਏ ਨ ਜਾਣਾ। ਮੈਂ ਮਹਾਰਾ ਕੌਣ ਹਾਂ, ਇਹ ਮੈਥੋਂ ਕੋਈ ਜਾਣਿਆ ਨਹੀਂ ਜਾਂਦਾ, ਸਮਝਿਆ ਨਹੀਂ ਜਾਂਦਾ ਹੈ। ਬੜਿਓ ਵਿਸ਼ੇਖ ਹਿਰਦੈ ਅਗਿਆਨਾ। ਕਿਉਂਕਿ ਮੇਰੇ ਹਿਰਦੇ ਵਿੱਚ ਵਿਸ਼ੇਸ਼ ਕਰਕੇ ਜਿਹੜਾ ਅਗਿਆਨ ਵਧਿਆ ਹੋਇਆ, ਬਹੁਤਾ ਗਿਆਨ ਦਾ ਪ੍ਰਭਾਵ ਪਿਆ ਹੋਇਆ ਹੈ। ਸੁਮਤ ਕਹਿਤ ਤਮਸਾ ਅਗਿਆਨਾ। ਹੈ ਗੁਰੂ ਨਾਨਕ ਸਾਹਿਬ ਜੀ ਜਿਹੜੇ ਸ੍ਰੇਸ਼ਟ ਮਤ ਵਾਲੇ ਪੁਰਸ਼ ਹੈ, ਉਹ ਕਹਿੰਦੇ ਆ ਵੀ ਜਿਹੜਾ ਅਗਿਆਨ ਆ ਹਨੇਰੇ ਵਰਗਾ ਹੁੰਦਾ ਹੈ। ਮੈਂ ਨਹਿ ਜਾਨੋ ਤਾਹਿ ਸਮਾਨਾ। ਮਹਾਰਾ ਮੈਂ ਜਿਹੜਾ ਅਗਿਆਨ ਉਹਨੂੰ ਹਨੇਰੇ ਵਰਗਾ ਨਹੀਂ ਜਾਣਦਾ, ਸਮਝਦਾ। ਤਿਮਰ ਵਿਖੈ ਤਨ ਸੁਧ ਸਭ ਭਾਨੇ। ਕਿਉਂਕਿ ਮਹਾਰਾਜ ਜਦੋਂ ਹਨੇਰੇ ਵਿੱਚ ਮਨੁੱਖ ਬੈਠਾ ਹੁੰਦਾ, ਉਹਨੂੰ ਸਰੀਰ ਦੀ ਤਾਂ ਸਾਰੀ ਖਬਰਸਾਰ ਜਿਹੜੀ ਪ੍ਰਤੀਤ ਹੁੰਦੀ ਹੈ ਨਾ, ਸਰੀਰ ਦਾ ਤਾਂ ਪਤਾ ਹੀ ਹੁੰਦਾ ਵੀ ਮੇਰੀਆਂ ਆਹ ਬਾਹਾਂ ਲੱਤਾਂ ਹੈ, ਆਹ ਕੰਨ ਨੱਕ ਹੈ,
ਸਰੀਰ ਦੀ ਤਾਂ ਸਭ ਖਬਰਸਾਰ ਹੁੰਦੀ ਹੈ ਨਾ। ਅਨੰਤ ਪਦਾਰਥ ਜਾਏ ਨ ਜਾਣੇ। ਹੋਰ ਭਾਵੇਂ ਜਿਹੜੇ ਘਰ ਦੇ ਵਿੱਚ ਕੋਈ ਪਦਾਰਥ ਹਨੇਰੇ ਵਿੱਚ ਪਏ ਹੁਣ ਉਹ ਜਾਣੇ ਨਹੀਂ ਜਾਂਦੇ, ਉਹ ਨਹੀਂ ਦਿਸਦੇ, ਉਹਨਾਂ ਦਾ ਨਹੀਂ ਪਤਾ ਲੱਗਦਾ। ਪਰ ਸਰੀਰ ਦਾ ਤਾਂ ਮਨੁੱਖ ਨੂੰ ਪਤਾ ਹੀ ਹੁੰਦਾ ਨਾ ਵੀ ਮੇਰੇ ਹੱਥ ਬਾਂਹ ਆ ਹੈ ਇੱਥੇ। ਸੁਧ ਅਗਿਆਨ ਹੈ ਸਰਬ ਗਵਾਈ। ਜਿਹੜਾ ਅਗਿਆਨ ਇਹਨੇ ਤਾਂ ਮਾਰੀ ਸਾਰੀ ਹੋਸ਼ ਵੋਸ਼ ਗਵਾ ਦਿੱਤੀ ਹੈ। ਆਪਣੋ ਆਪ ਨ ਜਾਣਿਓ ਜਾਈ। ਇਸ ਕਰਕੇ ਆਪਣੇ ਆਪੇ ਨੂੰ ਜਾਣੇ ਹੀ ਨਹੀਂ ਜਾਂਦਾ, ਪਤਾ ਹੀ ਨਹੀਂ ਵੀ ਇਹ ਮੇਰਾ ਆਪਣਾ ਆਪਾ ਕੀ ਹੈ। ਜਾਂ ਤੇ ਤਮ ਜੋ ਸਾਹਮਣੇ ਤਾਂ ਕੇ। ਇਸ ਕਰਕੇ ਮਾਰਾ ਜਿਹੜਾ ਹਨੇਰਾ ਹੈ ਉਹਦੇ ਵਰਗਾ ਅਗਿਆਨ ਨਹੀਂ ਹੈ। ਸਰਬ ਜੀਵ ਦੁਖੀਆ ਬਸ ਜਾਂ ਕੇ। ਜਿਸ ਅਗਿਆਨ ਦੇ ਅਧੀਨ ਹੋ ਕੇ ਬਸ ਹੋ ਕੇ ਸਾਰੇ ਜੀਵ ਮਾਰਾ ਦੁਖੀ ਹੋ ਰਹੇ, ਔਖੇ ਹੋ ਰਹੇ ਹੈ। ਉਪਦੇਸ਼ਕ ਪ੍ਰਭ ਤੋਹਿ ਸਮਾਨ। ਇਹ ਪਰਮੇਸ਼ਰ ਤੁਹਾਡੇ ਵਰਗਾ ਉਪਦੇਸ਼ ਦੇਣ ਵਰਗਾ ਅਵਨੀ ਵਿਖੈ ਨ ਜਾਣੋ ਆਨਾ। ਧਰਤੀ ਉੱਪਰ ਕੋਈ ਹੋਰ ਨੂੰ ਨਹੀਂ ਜਾਣਦਾ, ਸਭ ਤੋਂ ਉੱਤਮ ਉਪਦੇਸ਼ ਦੇਣ ਵਾਲੇ ਤੁਸੀਂ ਮਹਾਨ ਹੋ। ਕਿਰਪਾ ਸਿੰਧ ਕਰੁਣਾ ਆਬ ਕੀਜੈ। ਕਿਰਪਾ ਦੇ ਸਮੁੰਦਰ ਗੁਰੂ ਨਾਨਕ ਸਾਹਿਬ ਜੀ ਮੇਰੇ ਤੇ ਕਿਰਪਾ ਕਰ ਦਈਏ। ਮਮ ਸਰੂਪ ਸਮਝਾਏ ਸੁਦੀਜੈ। ਜਿਹੜਾ ਸਵੈ ਸਰੂਪ ਹੈ ਉਹ ਮਹਾਰਾਜ ਚੰਗੀ ਤਰ੍ਹਾਂ ਉਪਦੇਸ਼ ਦੇ ਕੇ ਮੈਨੂੰ ਸਮਝਾ ਬੁਝਾ ਦਈਏ ਜੀ। ਤੁਮ ਕਰੁਣਾ ਤੇ ਮੁਝ ਜਗ ਸਾਇਆ। ਇਹ ਮਹਾਰਾਜ ਤੁਹਾਡੀ ਕਿਰਪਾ ਕਰਕੇ ਜਗਿਆਸਾ। ਮੈਨੂੰ ਕਹਿੰਦੇ ਜਗਿਆਸਾ ਹੈ, ਬੜੀ ਭਾਰੀ ਚਾਹਨਾ ਹੈ। ਵਧੀ ਹਿਰਦੇ ਮਹਿ ਅਧਿਕ ਪਿਆਸਾ। ਮੇਰਾ ਆਤਮਾ ਕੀ ਹੈ, ਪ੍ਰਮਾਤਮਾ ਕੀ ਹੈ, ਇਹ ਜਾਣਨ ਦੀ ਹਿਰਦੇ ਵਿੱਚ ਬਹੁਤ ਬੜੀ ਪਿਆਸਾ ਵੱਧ ਗਈ, ਚਾਹਨਾ ਵੱਧ ਗਈ ਹੈ, ਤਾਂਘ ਵੱਧ ਗਈ ਹੈ। ਲੱਖ ਅਧਿਕਾਰ ਗਿਆਨ ਕੋ ਦਾਨਾ। ਇਹ ਗੁਰੂ ਨਾਨਕ ਸਾਹਿਬ ਮੈਨੂੰ ਅਧਿਕਾਰੀ ਜਾਣ ਕੇ ਜਿਹੜਾ ਗਿਆਨ ਦਾ ਦਾਨ ਹੈ। ਦੇ ਕਾਰ ਕਰਹੁ ਮੋਰ ਕਲਿਆਣ। ਮਹਾਰਾਜ ਬ੍ਰਹਮ ਗਿਆਨ ਦੇ ਕੇ ਮੇਰੀ ਕਲਿਆਣ ਕਰ ਦੇਵੋ ਜੀ। ਅਸ ਪ੍ਰਕਾਰ ਕੀ ਸੁਨ ਕਰ ਬਾਣੀ। ਇਸ ਤਰ੍ਹਾਂ ਰਾਏ ਬੁਲਾਰ ਦੀ ਬੇਨਤੀ ਦੇ ਬਾਣੀ ਬਚਨ ਸੁਣ ਕੇ ਬਿਨੈ ਦੀਨਤਾ ਮਹਿ ਜੋ ਸਾਨੀ। ਜੋ ਬੇਨਤੀ ਵਿੱਚ ਤੇ ਦੀਨਤਾ ਨਿਮਰਤਾ ਨਾਲ ਮਿਲੀ ਹੋਈ ਸੀ ਬਾਣੀ। ਦਿਨ ਗਿਆਨ ਕੀ ਮਤ ਤਿਹ ਤਾਈ। ਉਸ ਰਾਏ ਬੁਲਾਰ ਦੇ ਤਾਈ ਜਿਹੜੀ ਬ੍ਰਹਮ ਗਿਆਨ ਦੀ ਮੱਤ ਹੈ, ਸਿੱਖਿਆ ਹੈ, ਅਕਲ ਬੁੱਧ ਹੈ, ਉਹ ਦੇਣ ਵਾਸਤੇ ਉਦਤ ਭਏ ਸ੍ਰੀ ਗੁਰ ਜਗ ਸਾਈ। ਜੋ ਸੰਸਾਰ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਉਦਤ ਪਏ ਤਿਆਰ ਹੋਇਆ, ਸਾਵਧਾਨ ਹੋਏ ਹਨ। ਤੋਹਰਾ ਸ੍ਰੀ ਗੁਰ ਪਗ ਸੋਭਾ ਬਿਮਲ। ਕੋਈ ਜੀ ਅਗਲਾ ਪ੍ਰਸੰਗ ਸ਼ੁਰੂ ਕਰਨ ਤੋਂ ਪਹਿਲਾਂ ਮਹਿਮਾ ਦਾ ਮੰਗਲ ਕਰ ਰਿਹਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਕਮਲਾਂ ਦੀ ਜਿਹੜੀ ਸੋਭਾ ਹੈ ਉਹ ਮੈਲ ਤੋਂ ਰਹਿਤ ਬਹੁਤ ਉਜਲ ਹੈ। ਪਿੰਜਰ ਸਰ ਪਹਿਚਾਨ। ਕਵੀ ਕਹਿੰਦੇ ਉਸ ਮਹਾਰਾਜ ਦੀ ਉਜਲ ਮਹਿਮਾ ਨੂੰ ਜਿਵੇਂ ਮੋਤੀਆਂ ਦੀ ਲੜੀਆਂ ਦਾ ਪਿੰਜਰਾ ਬਣਿਆ ਹੋਵੇ, ਉਹਦੇ ਸਮਾਨ ਜਾਣ ਪਛਾਣ ਕੇ ਸਮਝ ਕੇ ਮਨ ਖੰਜਨ ਤਹਿ ਪਾਇ ਕੈ। ਮੇਰਾ ਜਿਹੜਾ ਮਨ ਹੈ ਕਹਿੰਦੇ ਮਬੋਲੇ ਵਰਗਾ ਚੰਚਲ ਹੈ, ਇਹ ਜਿਹੜੀਆਂ ਮੋਤੀਆਂ ਦੀਆਂ ਲੜੀਆਂ ਨਾਲ ਬਣਿਆ ਹੋਇਆ ਜਿਹੜਾ ਪਿੰਜਰਾ ਇਹਦੇ ਸਮਾਨ ਮਨ ਕੋ ਬੋਲੇ ਨੂੰ ਪਾ ਕੇ ਇਸ ਵਿੱਚ ਕਹੋ ਕਥਾ ਗੁਣ ਖਾਨ। ਕਿਉਂਕਿ ਪਿੰਜਰੇ ਵਿੱਚ ਪਾਇਆ ਪੰਛੀ ਬਸ ਹੋ ਜਾਂਦਾ ਹੈ, ਕਿਤੇ ਆਸੇ ਪਾਸੇ ਨਹੀਂ ਜਾ ਸਕਦਾ। ਇਸ ਕਰਕੇ ਉਹ ਕਹਿੰਦੇ ਪਿੰਜਰੇ ਦੇ ਵਿੱਚ ਪਾ ਕੇ ਨਾ ਮਹਾਰਾਜ ਦੀ ਉਜਲ ਸੋਭਾ ਵਿੱਚ ਜੋੜ ਕੇ ਮਨ ਨੂੰ ਮੈਂ ਜਿਹੜੀ ਗੁਨਾਹ ਦੇ ਖਾਣ ਦੀ ਸਤਿਗੁਰੂ ਦੀ ਕਥਾ ਕਹਿਣਾ ਜਾਂ ਗੁਨਾਹ ਦੀ ਖਾਣ ਕਥਾ ਬਿਆਨ ਕਰਦਾ ਹਾਂ। ਸ੍ਰੀ ਬਾਲਾ ਸੰਦੁਰਵਾਚ ਚੌਪਈ ਸੁਨਤ ਬੇਨਤੀ ਕਰੀ ਜੁਰਾਉ। ਗੁਰੂ ਮਹਾਰਾਜ ਦੇ ਅੱਗੇ ਜੋ ਰਾਏ ਬੁਲਾਰ ਨੇ ਬੇਨਤੀ ਕੀਤੀ ਉਸ ਨੂੰ ਸੁਣ ਕੇ ਬੋਲੇ ਸ੍ਰੀ ਗੁਰ ਮ੍ਰਿਦੁਲ ਸੁਭਾਉ। ਬਹੁਤ ਹੀ ਨਰਮ ਸੁਭਾਅ ਵਾਲੇ ਸਤਿਗੁਰੂ ਉਪਰਿਓਂ ਬੋਲੇ ਰਾਏ ਨੂੰ, ਓ ਭੂਪਤ ਤੁਮ ਆਪਨ ਹੰਤਾ। ਇਹ ਵੀ ਰਾਏ ਬੁਲਾਰ ਰਾਜਨ ਤੂੰ ਆਪਣੀ ਜਿਹੜੀ ਹੰਗਤ ਹੈ ਆਪਣਾ ਮੈਂ ਪੁਣਾ ਹੈ। ਕਿਹ ਮਹਿ ਧਰੀ ਕਰਹੋ ਕਹੋ ਬਰਤੰਤਾ। ਇਹ ਕਿਹਦੇ ਵਿੱਚ ਹੰਗਤਾ ਤੂੰ ਮੈਂ ਪੁਣਾ ਧਾਰਨ ਕੀਤਾ ਹੋਇਆ, ਸਾਰਾ ਪ੍ਰਸੰਗ ਸਾਨੂੰ ਦੱਸ ਖੋਲ ਕੇ। ਤੁਰਕ ਜਨਮ ਮਮ ਦੀਨ ਦਇਆਲਾ। ਇਹ ਦੀਨਾ ਤੇ ਦਿਆਲਤਾ ਮੈਂ ਇਹ ਹੰਗਤਾ ਧਾਰੀ ਮੈਂ ਪੁਣਾ ਧਾਰਿਆ ਵੀ ਮੇਰਾ
ਮੁਸਲਮਾਨਾਂ ਦੇ ਘਰ ਦਾ ਜਨਮ ਹੈ। ਆਰ ਬਲਾ ਬ੍ਰਿਧ ਮਮ ਸਿਤ ਬਾਲਾ। ਤੇ ਮੇਰੀ ਉਮਰ ਬਹੁਤ ਵੱਡੀ ਹੋ ਚੁੱਕੀ ਹੈ। ਮੇਰੇ ਸਿਰ ਦੇ ਜਿਹੜੇ ਵਾਲ ਹੈ ਉਹ ਬਹੁਤ ਚਿੱਟੇ ਹੋ ਗਏ ਆ, ਧੌਲੇ ਆ ਗਏ ਆ, ਸਿਰ ਵੀ ਚਿੱਟਾ ਹੋ ਗਿਆ ਹੈ। ਚਰਮ ਸਿਥਲ ਮੈਂ ਨਿਰਬਲ ਹੋਇਓ। ਮੇਰਾ ਸਰੀਰ ਦਾ ਜਿਹੜਾ ਮਾਸ ਹੈ ਬਹੁਤ ਢਿੱਲਾ ਜਾ ਹੋ ਗਿਆ, ਜੁੜੀਆਂ ਪੈ ਗਈਆਂ, ਮੈਂ ਬੜਾ ਕਮਜ਼ੋਰ ਲਿੱਸਾ ਜਾ ਹੋ ਗਿਆ ਹਾਂ। ਕੰਪਤ ਸਿਰ ਮੈਂ ਵਿਸ਼ਯਨ ਬੋਇਓ। ਹਾਂ, ਮੇਰਾ ਸਿਰ ਮੈਨੂੰ ਕਮਜ਼ੋਰੀ ਕਰਕੇ ਕੰਬਦਾ ਹੈ ਤੇ ਮੈਂ ਅਜੇ ਵੀ ਵਿਸ਼ਿਆਂ ਵਿੱਚ ਮਾਰਾ ਮਿਲਿਆ ਹੋਇਆ ਮੈਂ ਸਮਝਦਾ ਹਾਂ। ਮਮ ਬਨਤਾ ਮੇਰੇ ਸੁਤ ਨਾਤੀ। ਇਹ ਹੰਗਤਾ ਮੈਂ ਪਣਾ ਹੁਣ ਮੀਰ ਤੀਰ ਦੱਸਦਾ ਮਮਤਾ ਵੀ ਇਹ ਮੇਰੀ ਘਰਵਾੜੀ ਹੈ, ਮੇਰੇ ਪੁੱਤਰ ਹਨ, ਮੇਰੇ ਪੋਤਰੇ ਹਨ। ਮਮ ਸੋਦਰ ਇਹ ਮੇਰੇ ਗਿਆਤੀ। ਇਹ ਮੇਰੇ ਭਰਾ ਹਨ, ਇਹ ਮੇਰੇ ਸਾਕ ਸੰਬੰਧੀ ਰਿਸ਼ਤੇਦਾਰ ਹਨ। ਨਾਮ ਬੁਲਾਰ ਵਿਖੈ ਮਮ ਹੰਤਾ। ਇਹ ਮੇਰਾ ਨਾਮ ਰਾਏ ਬੁਲਾਰ ਹੈ, ਇਹਦੇ ਵਿੱਚ ਮੇਰੀ ਮੇਰ ਹੈ, ਮਮਤਾ ਹੈ, ਮੈਂ ਆਪਣਾ ਨਾਂ ਸਮਝਦਾ। ਸਨ ਬੰਧਨ ਮਹਿ ਲਖ ਹੋਏ ਦੰਤਾ। ਇਸ ਤਰ੍ਹਾਂ ਮਾਰਾ ਸਾਕ ਸੰਬੰਧੀਆਂ ਨੂੰ ਵੀ ਮੈਂ ਆਪਣੇ ਜਾਣਦਾ ਵੀ ਇਹ ਮੇਰੇ ਹਨ ਰਿਸ਼ਤੇਦਾਰ, ਨਾਨਾ ਚਾਚਾ ਮੰਮਾ ਭੂਆ ਫੁੱਫੜ ਆਦਿਕ। ਹੇ ਭੂਪਤ ਇਹ ਤਨ ਕੇ ਧਰਮ। ਗੁਰੂ ਮਹਾਰਾਜ ਕਹਿੰਦੇ ਵੀ ਰਾਏ ਬੁਲਾਰ ਰਾਜੇ ਤਾਂ ਸਰੀਰ ਦਾ ਧਰਮ ਹੈ, ਸਰੀਰ ਕਰਕੇ ਸਾਰੇ ਹੁੰਦੇ ਆ। ਆਪ ਆਰੋਪੇ ਭਾ ਉਰ ਭਰਮ। ਦੇ ਵਿੱਚ ਤੈਨੂੰ ਬਹੁਤ ਵੱਡਾ ਭਰਮ ਭੁਲੇਖਾ ਪੈ ਗਿਆ, ਜਿਹੜਾ ਤੂੰ ਆਪਣੇ ਆਪ ਵਿੱਚ ਰੋਪ ਲਿਆ ਵੀ ਇਹ ਸਾਰੇ ਮੇਰੇ ਹਨ ਤੇ ਮੇਰਾ ਸਰੀਰ ਹੈ, ਮੇਰੇ ਪੁੱਤਰ ਧੀਆਂ ਹੈ, ਮੇਰੇ ਸਾਕ ਸੰਬੰਧੀ ਹੈ। ਭਰਮ ਵਿੱਚ ਪੈ ਕੇ ਤੂੰ ਆਪਣੇ ਮਨ ਲੈ ਕਲਪ ਲਏ ਹਨ। ਜਨਮ ਮਰਨ ਦੁਖ ਤਨ ਕੇ ਮਾਹੀ। ਮਹਾਰਾਜ ਕਹਿੰਦੇ ਜਿਹੜਾ ਸਰੀਰ ਹੈ ਇਹਦੇ ਵਿੱਚ ਜੰਮਣ ਮਰਨ ਦਾ ਦੁੱਖ ਹੁੰਦਾ, ਜਿੰਨਾ ਚਿਰ ਸਰੀਰ ਹੋਊਗਾ ਉਹਨਾਂ ਚਿਰ ਜੰਮਣ ਵੀ ਮਰੂਗੀ, ਦੋਵੇਂ ਦੁੱਖ ਜੰਮਣ ਮਰਨ ਦੇ ਹੋਣਗੇ। ਸਰੀਰ ਦਾ ਧਰਮ ਹੈ ਜੰਮਣਾ ਮਰਨਾ ਤੇ ਦੁਖੀ ਸੁਖੀ ਹੋਣਾ। ਬਾਲਿਕ ਤਰਨ ਬ੍ਰਿਧ ਤੂੰ ਨਾਹੀ। ਤੂੰ ਜਿਹੜਾ ਹੈ ਚੇਤਨ ਸਰੂਪ ਹੈ, ਆਤਮ ਸਰੂਪ ਹੈ, ਤੇਰੇ ਵਿੱਚ ਬਾਲਕ ਪੁਣਾ ਨਹੀਂ, ਜਵਾਨੀ ਪੁਣਾ ਨਹੀਂ, ਬੁੱਢ ਪੁਣਾ ਨਹੀਂ ਹੈ। ਇਹ ਸਰੀਰ ਦੀਆਂ ਖਾਟਾਂ ਹੋਈਆਂ, ਇਹ ਜੰਮਣਾ ਮਰਦਾ ਹੈ, ਇਹ ਬਾਲਕ ਹੁੰਦਾ ਹੈ, ਇਹ ਜਵਾਨ ਹੁੰਦਾ ਹੈ, ਬੁੱਢਾ ਹੁੰਦਾ ਹੈ। ਖਾਕ ਬਾਦ ਆਤਸ਼ ਆਬ ਨਭ। ਇਹ ਰਾਏ ਬੁਲਾਰ ਜਿਹੜੀ ਖਾਕ ਮਿੱਟੀ ਹੈ, ਬਾਦ ਹਵਾ ਹੈ, ਆਲਸ ਅਗਨੀ ਹੈ, ਆਪ ਪਾਣੀ ਹੈ, ਨਭ ਆਕਾਸ਼ ਹੈ। ਪੰਜ ਭੂਤ ਇਹ ਜੜ ਜਾਨਹੁ ਸਭ। ਇਹ ਜਿਹੜੇ ਪੰਜ ਭੂਤ ਕੀ ਤੱਤ ਹੈ ਇਹ ਸਾਰੇ ਤੂੰ ਜਾਣ ਲੈ ਵੀ ਇਹ ਜੜ ਹਨ, ਇਹਨਾਂ ਦੇ ਵਿੱਚ ਕੋਈ ਚੇਤਨਤਾ ਹੀ ਹੈ ਨਹੀਂ, ਇਹ ਕੁਝ ਨਹੀਂ ਕਰ ਸਕਦੇ ਆਪਣੇ ਆਪ ਵਿੱਚ। ਤਿਨ ਕੀ ਦੇਹ ਰਚੀ ਜੜ ਸੋ। ਇਹਨਾਂ ਪੰਜਾਂ ਤੱਤਾਂ ਦੀ ਜਿਹੜੀ ਇਹ ਦੇਹ ਰਚੀ ਹੋਈ ਹੈ, ਇਹ ਵੀ ਕਹਿੰਦੇ ਇਹਨਾਂ ਵਰਗੀ ਜੜ ਹੀ ਜਾਣ ਲਾ। ਜਸ ਕਾਰਨ ਤਸ ਕਾਰਜ ਹੋ। ਕਿਉਂਕਿ ਜਿਸ ਤਰ੍ਹਾਂ ਦਾ ਕੋਈ ਕਾਰਨ ਹੁੰਦਾ ਉਸੇ ਤਰ੍ਹਾਂ ਦਾ ਅੱਗੇ ਕਾਰਜ ਹੁੰਦਾ ਹੈ। ਪੰਜ ਤੱਤ ਜਦੋਂ ਕਾਰਨ ਰੂਪ ਜੜ ਹੈ, ਉਹਦਾ ਕਾਰਜ ਜਿਹੜਾ ਸਰੀਰ ਹੈ ਉਹ ਵੀ ਫਿਰ ਜੜ ਹੀ ਹੋਏਗਾ। ਤੂੰ ਸਦੀਵ ਚੇਤਨ ਸੁਖ ਸੰਗਾ। ਰਾਏ ਬੁਲਾਰ ਤੂੰ ਤਾਂ ਹਮੇਸ਼ਾ ਚੇਤਨ ਸਰੂਪ ਹੈ ਤੇ ਸੁਖ ਦੇ ਸਹਿਤ ਹੈ। ਜਨਮ ਮਰਨ ਤੇ ਰਹਿਤ ਅਭੰਗਾ। ਸਰੀਰ ਜੰਮਦਾ ਮਰਦਾ ਹੈ, ਤੇਰਾ ਜਿਹੜਾ ਚੇਤਨ ਸਰੂਪ ਹੈ ਉਹ ਜਨਮ ਮਰਨ ਤੋਂ ਰਹਿਤ ਹੈ। ਇਹ ਸਰੀਰ ਟੁੱਟਦਾ ਪੈਦਾ, ਤੇਰਾ ਸਰੂਪ ਟੁੱਟ ਹੈ, ਭੰਗ ਹੈ। ਨਾਮ ਰੂਪ ਪੁੰਨ ਬਰਨ ਵਿਹੀਨ। ਸਰੀਰ ਦਾ ਨਾਮ ਹੁੰਦਾ ਹੈ, ਸਰੀਰ ਦਾ ਹੀ ਰੂਪ ਆਕਾਰ ਹੁੰਦਾ, ਵੱਡਾ ਛੋਟਾ ਮਧਰਾ ਜਾ, ਤੇ ਸਰੀਰ ਦਾ ਹੀ ਅੱਗੇ ਰੰਗ ਹੁੰਦਾ ਹੈ ਵੀ ਇਹ ਕਾਲਾ ਹੈ, ਗੋਲਾ ਹੈ, ਸੌਲਾ ਹੈ। ਤੇਰਾ ਜਿਹੜਾ ਅਚੇਤਨ ਹੈ ਆਤਮਾ ਉਹ ਨਾਮ ਤੋਂ ਵੀ ਰਹਿਤ ਹੈ, ਰੂਪ ਛੋਟੇ ਵੱਡੇ ਆਕਾਰ ਤੋਂ ਵੀ ਬਿਨਾਂ ਹੈ, ਰੰਗ ਰੂਪ ਤੋਂ ਵੀ ਬਿਨਾ ਹੈ। ਸਦਾ ਏਕ ਰਸ ਦੁਖ ਸਭ ਹੀਨ। ਤੇਰਾ ਚੇਤਨ ਸਰੂਪ ਜਿਹੜਾ ਸਾਧੂ ਹੈ ਸਦਾ ਇੱਕ ਰਸ ਰਹਿਣਾ ਹੈ, ਸਾਰਿਆਂ ਦੁੱਖਾਂ ਤੋਂ ਹੀਨਾ ਰਹਿਤ ਹੈ। ਸੋ ਤਜ ਕਰ ਜਬ ਜਾਵਤ ਦੇਹੀ। ਉਹ ਜਿਹੜਾ ਤੇਰਾ ਚੇਤਨ ਸਰੂਪ ਆਤਮਾ ਹੈ ਨਾ, ਜਦੋਂ ਕਹਿੰਦੇ ਸਰੀਰ ਜੜ ਨੂੰ ਛੱਡ ਜਾਂਦਾ ਹੈ, ਘਰ ਤੇ ਕਾਢਹਿ ਵਹਿਰ ਸਨੇਹੀ। ਦੇਖ ਲਾ ਰਾਏ ਬੁਲਾਰ ਜਿਹੜੇ ਦੇ ਘਰ ਦੇ ਪ੍ਰੇਮੀ ਪਿਆਰੇ ਹੁੰਦੇ
ਹੁੰਦੇ ਨਾ ਪੁੱਤਰ ਧੀਆਂ ਸਾਗ ਸੰਬੰਧੀ, ਉਹ ਘਰੋਂ ਇਹਨੂੰ ਕੱਢ ਦਿੰਦੇ ਆ ਜਦੋਂ ਇਹ ਸਰੀਰ ਛੱਡ ਜਾਂਦਾ, ਚੇਤਨ ਸਰੂਪ ਵਿੱਚੋਂ ਨਿਕਲ ਜਾਂਦਾ ਹੈ। ਜਿਸ ਵਿਹੀਨ ਤਨ ਮਿੱਤਰ ਅਪਵਿੱਤਰਾ ਅਪਵਿੱਤਰਾ। ਜਿਸ ਵਿਹੀਨ ਤਨ ਮਿੱਤਰ ਨਹੀਂ ਮਿਰਤ ਅਪਵਿੱਤਰਾ। ਜੇ ਚੇਤਨ ਸਰੂਪ ਤੋਂ ਬਗੈਰ ਜਿਹੜਾ ਸਰੀਰ ਕਹਿੰਦੇ ਮਰਿਆ ਮੁਰਦਾ ਹੋ ਜਾਂਦਾ ਤੇ ਬਹੁਤ ਅਪਵਿੱਤਰ ਹੋ ਜਾਂਦਾ, ਕੋਈ ਹੱਥ ਨਹੀਂ ਇਸ ਸਰੀਰ ਨੂੰ ਛਹਾਣਾ ਚਾਹੁੰਦਾ ਹੈ। ਸੋ ਤੂੰ ਲਖੀਏ ਪ੍ਰਿਥਕ ਪਵਿੱਤਰਾ। ਉਹ ਜਿਹੜਾ ਤੇਰਾ ਕਹਿੰਦੇ ਚੇਤਨ ਸਰੂਪ ਆ, ਉਹ ਤੂੰ ਜਾਣ ਲਈ ਉਹ ਇਸ ਸਰੀਰ ਮੁਰਦੇ ਤੋਂ ਵੱਖਰਾ ਹੈ, ਅਪਵਿੱਤਰਤਾਈ ਤੋਂ ਵਿਕਰਾ। ਉਹ ਤਾਂ ਬਹੁਤ ਪਵਿੱਤਰ ਸਰੂਪ ਹੈ ਜਿਹੜਾ ਤੇਰਾ ਚੇਤਨ ਸਰੂਪ ਆਤਮਾ ਹੈ। ਜਾਤ ਬਰਨ ਤੇ ਲੱਖ ਕਰ ਨਿਆਰ। ਉਹ ਜਿਹੜਾ ਤੇਰਾ ਆਤਮਾ ਹੈ ਚੇਤਨ ਸਰੂਪ, ਉਹਦੀ ਕੋਈ ਖੱਤਰੀ ਜਾਤ ਨਹੀਂ, ਉਹਦਾ ਕੋਈ ਵਰਨ ਨਹੀਂ, ਗੋਤ ਨਹੀਂ ਹੈ। ਇਹਨਾਂ ਤੋਂ ਵੱਖਰਾ ਜਾਨਾ ਕਰ। ਨਿਜ ਸਰੂਪ ਕਰੀਏ ਨਿਰਧਾਰ। ਇਸ ਤਰ੍ਹਾਂ ਸਰੀਰ ਤੋਂ ਵੱਖਰੇ ਰੂਪ ਵਿੱਚ ਆਪਣੇ ਸਰੂਪ ਦਾ ਤੂੰ ਨਿਰਣਾ ਕਰ ਲੈ। ਅਰਪਨ ਜਹ ਜਹ ਮਮਤਾ ਥਾਪੀ। ਬਾਕੀ ਵੀ ਜਿੱਥੇ ਜਿੱਥੇ ਤੂੰ ਆ ਮੇਰ ਜੀ ਥਾਪੀ ਹੈ, ਮੇਰ ਜੀ ਧਾਰੀ ਹੈ, ਵੀ ਇਹ ਮੇਰੇ ਸਾਗ ਸੰਬੰਧੀ ਆ, ਮੇਰੇ ਘੋੜੇ, ਮੇਰੀਆਂ ਕੋਠੀਆਂ, ਮੇਰੇ ਰੁਪਈਏ ਹੈ। ਦੁੱਖ ਮੈਂ ਸੰਗੀ ਹੋਇ ਨ ਕਦਾਪੀ। ਇਹ ਜਿੱਥੇ ਮੇਰ ਤਾਰੀ ਹੈ, ਜਦੋਂ ਦੁੱਖ ਆ ਬਣਿਆ ਨਾ, ਦੁੱਖ ਦੇ ਵਿੱਚ ਇਹਨਾਂ ਨੇ ਕਦੇ ਵੀ ਸੰਗੀ ਸਾਥੀ ਨਹੀਂ ਹੋਣਾ। ਬਿਰਤ ਭਰੀ ਸਭ ਹੀ ਸੰਗ ਸ਼ਾਰਦ ਕੋ ਨ ਆਵਤ ਨੇਰੈ। ਧਨ ਆਦਿਕ ਜੇ ਪਿਖੋ ਪਦਾਰਥ। ਧਨ ਤੋਂ ਆਦ ਲੈ ਕੇ ਜਿਹੜੇ ਤੂੰ ਪਦਾਰਥ ਦੇਖਦਾ, ਹਾਥੀ ਘੋੜੇ ਸੁਖ ਪਾਲਕੀਆਂ ਹੋਰ ਛਕਣ ਛਕਾਉਣ ਵਾਲੇ, ਵੀ ਇਹ ਮੇਰੇ ਹੈ। ਸਭ ਜੀਵਤ ਲਾ ਮੋਏ ਅਕਾਰਥ। ਜਿੰਨਾ ਚਿਰ ਮਨੁੱਖ ਜਿਉਂਦਾ ਉਹਨਾਂ ਚਿਰ ਹੀ ਹੈ, ਕਹਿੰਦੇ ਮਰਨ ਤੋਂ ਬਾਅਦ ਤਾਂ ਬਸ ਅਕਾਰਤ ਨਿਸ਼ਫਲ ਹੈ। ਇਹਦੇ ਵਾਸਤੇ ਕਿਸੇ ਕੰਮ ਨਹੀਂ, ਨਾ ਧਨ ਆਦਿਕ, ਨਾ ਹਾਥੀ ਘੋੜੇ, ਨਾ ਪੁੱਤਰ ਧੀਆਂ, ਸਾਕ ਸੰਬੰਧੀ ਸਭ ਨਿਸ਼ਫਲ ਹੈ। ਜੇ ਗਿਆਤੀ ਬਨਤਾ ਸੁਤ ਨਾਤੀ। ਵੇਰਾ ਜਿਹੜੇ ਕੋਈ ਗਿਆਤੀ ਸੰਬੰਧੀ ਹਨ, ਘਰ ਵਾਲੀ ਹੈ, ਪੁੱਤਰ ਹੈ, ਪੋਤਰੇ ਹਨ, ਤਨ ਤਿਆਗੇ ਤੇ ਕੋ ਨ ਸੰਗਾਤੀ। ਕਹਿੰਦੇ ਜਿਹੜਾ ਚੇਤਨ ਸਰੂਪ ਸਰੀਰ ਨੂੰ ਛੱਡ ਜਾਂਦਾ ਹੈ, ਫਿਰ ਇਸ ਸਰੀਰ ਦਾ ਕੋਈ ਸੰਗੀ ਸਾਥੀ ਨਹੀਂ ਹੁੰਦਾ ਹੈ। ਦੋਹਰਾ ਬਸਤਰ ਸਮਾਨ ਸਰੀਰ ਸੋ। ਇਸ ਕਰਕੇ ਰਾਏ ਬੁਲਾਰੇ ਜਿਹੜਾ ਸਰੀਰ ਹੈ, ਇਹ ਤਾਂ ਜਿਵੇਂ ਕਿਸੇ ਨੇ ਬਸਤਰ ਪਾਇਆ ਹੋਏ, ਚੋਲਾ ਪਾਇਆ ਹੋਵੇ ਉਹ ਹੈ। ਜੀਰਨ ਹੋਇ ਤਜ ਜਾਹਿ। ਜਿਹੜਾ ਚੇਤਨ ਸਰੂਪ ਤੇਰਾ ਆਤਮਾ ਹੈ, ਜਦੋਂ ਇਹ ਸਰੀਰ ਰੂਪੀ ਕਪੜਾ ਜਾਂ ਪੁਰਾਣਾ ਚੋਲਾ ਜਾ ਹੋ ਜਾਂਦਾ, ਇਹਨੂੰ ਛੱਡ ਕੇ ਉਹ ਚਲਾ ਜਾਂਦਾ ਹੈ। ਜਾਂ ਤੇ ਨਿਆਰੋ ਆਤਮਾ। ਇਸ ਕਰਕੇ ਜਿਹੜਾ ਤੇਰਾ ਚੇਤਨ ਸਰੂਪ ਆਤਮਾ, ਇਹ ਸਰੀਰ ਤੋਂ ਵੱਖਰਾ ਜਾਣ। ਲਖ ਹਿਰਦੇ ਨਰ ਨਾਹਿ। ਇਹ ਨਰਾਂ ਦੇ ਨਾ ਮਾਲਕ, ਹਿਰਦੇ ਵਿੱਚ ਤੂੰ ਜਾਣ ਲਾ ਵੀ ਸਰੀਰ ਕਪੜਾ ਹੈ, ਇਹਨੂੰ ਪਹਿਨਣ ਵਾਲਾ ਉਹ ਤੇਰਾ ਆਤਮਾ ਹੈ। ਜਦੋਂ ਜੀ ਕਰਦੇ ਨੂੰ ਲਾ ਕੇ ਸਿੱਟ ਕੇ ਚਲਾ ਜਾਂਦਾ ਹੋ। ਚੌਪਈ ਸੁਨ ਤਨ ਮਾਨ ਵਿਸਾਰਿਓ ਰਾਈ। ਇਸ ਤਰ੍ਹਾਂ ਮਹਾਰਾਜ ਤੋਂ ਬਚਨ ਸੁਣ ਕੇ ਜਿਹੜਾ ਸਰੀਰ ਦਾ ਮਾਨਸ ਮੈਂ ਪੁਣਾ ਸੀ, ਰਾਏ ਬੁਲਾਰ ਨੇ ਭਰ ਦਿੱਤਾ, ਸਰੀਰ ਨੂੰ ਛੱਡ ਦਿੱਤਾ ਵੀ ਮੈਂ ਸਰੀਰ ਨਹੀਂ ਹੈ, ਮੇਰਾ ਆਤਮਾ ਸਰੀਰ ਨਹੀਂ ਹੈ। ਸ੍ਰੀ ਗੁਰ ਸੋ ਪੁਨ ਗਿਰਾ ਅਲਾਈ। ਨਾਮ ਵਿੱਚ ਭੁਲਾ ਕੇ ਫਿਰ ਗੁਰੂ ਮਹਾਰਾਜ ਦੇ ਸਾਥ ਬਚਨ ਇਸਨੇ ਕਿਹਾ ਹੈ। ਤਨ ਮੈਂ ਨਹੀਂ ਬਤਾਈ ਸਾਚੀ। ਰਾਵਤਾਵ ਜੀ ਨੇ ਜਿਹੜੀ ਗੱਲ 16 ਨੇ ਸੱਚੀ ਦੱਸੀ ਹੈ ਵੀ ਮੇਰਾ ਆਤਮਾ ਸਰੀਰ ਨਹੀਂ ਹੈ, ਮੈਂ ਸਰੀਰ ਰੂਪ ਨਹੀਂ ਹਾਂ। ਇੰਦਰੀਆ ਮੈਂ ਹੰਤਾ ਰੁਚ ਰਾਚੀ। ਮਹਾਰਾਜ ਜਿਹੜੇ ਗਿਆਨ ਇੰਦਰੀ ਹੈ, ਕਰਮ ਇੰਦਰੀ, ਇਹਦੇ ਵਿੱਚ ਮੇਰੀ ਮੈਂ ਪੁਣਾ ਹੈਗਾ, ਹੰਗਤਾ ਹੈ। ਇਸ ਤਰ੍ਹਾਂ ਇਹਦੇ ਵਿੱਚ ਰੁਚੀ ਲੱਗੀ ਹੋਈ ਹੈ ਵੀ ਮੈਂ ਗਿਆਨ ਇੰਦਰੀ ਕਰਮ ਇੰਦਰੀ ਰੂਪ ਹੋਵਾਂਗਾ। ਜਾਂ ਤੇ ਮੈਂ ਦੇਖੋ ਮੈਂ ਸੁਨਹੁ। ਇਸੇ ਕਰਕੇ ਵੀ ਮਹਾਰਾਜ ਮੈਂ ਅੱਖਾਂ ਰਾਹੀਂ ਦੇਖਦਾ ਹਾਂ, ਕੰਨਾਂ ਰਾਹੀਂ ਮੈਂ ਸੁਣਦਾ ਹਾਂ। ਮੈਂ ਚੱਲਹੁ ਮੈਂ ਗਾਹੋ ਬਖਾਨਹੁ। ਮੈਂ ਹੀ ਪੈਰਾਂ ਨਾਲ ਚੱਲਦਾ, ਮੈਂ ਹੀ ਹੱਥਾਂ ਨਾਲ ਚੀਜ਼ ਪਕੜਦਾ ਹਾਂ, ਮੈਂ ਹੀ ਮੁਖ ਰਾਹੀਂ ਬੋਲਦਾ ਕਹਿਣਾ ਹਾਂ। ਮੈਂ ਸੂੰਘੋ ਮੈਂ ਕਰੂੰ ਸਪਰਸ਼ਾ। ਨਕ ਰਾਹੀਂ ਸੁਗੰਧੀ ਸੁਗੰਧੀ ਸੁੰਘਦਾ ਲੈਂਦਾ। ਮੈਂ ਇਸੇ ਤਰ੍ਹਾਂ
ਹਸ ਪਰਸ ਚੰਬੜੀ ਰਾਹੀਂ ਸਪਰਸ ਦਾ ਛਾਉਂਦਾ ਹਾਂ। ਲਿਓ ਸਾਧ ਅਸਹੰਤਾ ਧਰਸਾ ਨਹੀਂ ਰਸਨਾ ਰਹੀ ਸਵਾਦ ਲੈਂਦਾ ਹਾਂ। ਇਸ ਤਰ੍ਹਾਂ ਦੀ ਮਹਾਰਾਜ ਇੰਦਰੀਆਂ ਵਿੱਚ ਮੈਂ ਹੰਗਤਾ ਧਾਰਦਾ, ਮੈਂ ਪੁਣਾ ਧਾਰਦਾ ਵੀ ਮੇਰਾ ਆਤਮਾ ਇਹ ਗਿਆਨ ਇੰਦਰੀ ਤੇ ਕਰਮ ਇੰਦਰੀ ਹੋਣਗੇ। ਤਾਂ ਤੇ ਤਨ ਤੇ ਅਨਿਆ ਰਖੀਕਾ ਇਸ ਕਰਕੇ ਮਹਾਰਾਜ ਮੇਰੇ ਸਰੀਰ ਨਾਲੋਂ ਜਿਹੜੀਆਂ ਇਹ ਗਿਆਨ ਇੰਦਰੀਆਂ ਕਰਮ ਇੰਦਰੀਆਂ ਇਹ ਵੱਖਰੀਆਂ ਹਨ। ਸੋ ਸਰੂਪ ਮੈਂ ਮਾਨਿਓ ਨੀਕਾ। ਮੈਂ ਉਹ ਗਿਆਨ ਇੰਦਰੀਆਂ ਨੂੰ ਮਹਾਰਾਜ ਚੰਗੀ ਤਰ੍ਹਾਂ ਆਪਣਾ ਸਰੂਪ ਮੰਨ ਲਿਆ ਹੈ। ਭੋ ਰਾਜਨ ਤੂੰ ਇੰਦਰੀਆ ਨਾਹੀ। ਗੁਰੂ ਮਹਾਰਾਜ ਕਹਿੰਦੇ ਹੈ ਰਾਏ ਬੁਲਾਰ ਤੂੰ ਗਿਆਨ ਇੰਦਰੀ ਵੀ ਨਹੀਂ ਹੈ, ਤੇਰਾ ਆਤਮਾ ਗਿਆਨ ਇੰਦਰੀ ਨਹੀਂ ਹੈ। ਸੁਣ ਹੋ ਯੁਕਤ ਯਾ ਪਰ ਸ਼ਰੁਤ ਮਾਹੀ। ਇਹਦੇ ਉੱਪਰ ਅਸੀਂ ਇੱਕ ਦਲੀਲ ਦਿੰਨੇ ਆ, ਤੂੰ ਕੰਨਾਂ ਵੀ ਧਿਆਨ ਦੇ ਕੇ ਸੁਣੋ ਦਲੀਲ ਨੂੰ। ਜਿਉ ਤਿਖਾਨ ਕੇ ਹੱਥਨ ਮਾਹੀ। ਇਸ ਤਰ੍ਹਾਂ ਕਹਿੰਦੇ ਜਿਹੜਾ ਤਿਰਖਾਣ ਹੁੰਦਾ ਨਾ ਉਹਦੇ ਹੱਥਾਂ ਵਿੱਚ ਬਿਨਾ ਕੁਠਾਰ ਕ੍ਰਿਤ ਹੋਇ ਨਾਹੀ। ਹੱਥ ਵਿੱਚ ਜਿਹਦੇ ਕੁਹਾੜਾ ਨਾ ਫੜਿਆ ਹੋਵੇ ਫਿਰ ਵੱਢਣ ਟੁੱਕਣ ਦਾ ਕੋਈ ਕੰਮ ਨਹੀਂ ਹੁੰਦਾ ਹੈ। ਉਹ ਤਿਰਖਾਣ ਕਹਿੰਦੇ ਹੱਥ ਵਿੱਚ ਕੁਠਾੜਾ ਹੋਵੇ ਫਿਰ ਹੀ ਉਹ ਸਭ ਕੁਝ ਵੱਢ ਟੁੱਕ ਸਕਦਾ, ਕਿਰਿਆ ਕਰ ਸਕਦਾ ਹੁੰਦਾ। ਤਿਉ ਸਾਧਨ ਕੇ ਇੰਦਰੀਆ ਬ੍ਰਿੰਦਾ। ਇਸੇ ਤਰ੍ਹਾਂ ਜਿਹੜਾ ਆਤਮਾ ਹੈ ਨਾ ਇਹ ਤਿਰਖਾਣ ਵਰਗਾ ਹੈ। ਆ ਜਿਹੜੇ ਗਿਆਨ ਇੰਦਰੀ ਇਹ ਕਹਿੰਦੇ ਘੋੜੇ ਵਾਂਗ ਹੈ। ਇਹਦੇ ਰਾਹੀਂ ਸਾਰਾ ਕੱਟਣ ਵੱਢਣ ਦਾ, ਜਾਣਨ ਦਾ, ਸਮਝਣ ਦਾ, ਦੇਖਣ ਦਾ ਸਭ ਕੁਝ ਹੁੰਦਾ ਹੈ। ਇਨ ਤੇ ਆਤਮ ਪ੍ਰਿਥਕ ਆਨੰਦਾ। ਇਸ ਕਰਕੇ ਇਹਨਾਂ ਗਿਆਨ ਇੰਦਰਾਂ ਤੋਂ ਤੇਰਾ ਜਿਹੜਾ ਆਤਮਾ ਵੱਖਰਾ ਹੈ ਉਹ ਬੜਾ ਆਨੰਦ ਰੂਪ ਹੈ। ਨਾਨਾ ਇੰਦਰੀਆ ਤਾ ਮਤ ਨਾਨਾ। ਫਿਰ ਦੇਖ ਜਿਹੜੇ ਗਿਆਨ ਇੰਦਰੀ ਹੈ ਤਰ੍ਹਾਂ ਤਰ੍ਹਾਂ ਦੇ ਹੈ ਤੇ ਇਹਨਾਂ ਦੇ ਜਿਹੜੇ ਗਿਆਨ ਇੰਦਰੀਆਂ ਦੇ ਮਤੇ ਹਨ ਉਹ ਵੀ ਵੱਖਰੇ ਵੱਖਰੇ ਹਨ। ਭਾਵ ਇਹਨਾਂ ਦਾ ਇੱਕ ਮਤ ਨਹੀਂ ਹੈ, ਇਹਨਾਂ ਦੇ ਖਿਆਲ ਵੱਖਰੇ ਵੱਖਰੇ ਹੈ। ਕੈਸੇ ਨਿਜ ਸਰੂਪ ਅਨਮਾਨਾ। ਇਹਨਾਂ ਇੰਦਰੀਆਂ ਨੂੰ ਕਿਵੇਂ ਆਪਣਾ ਸਰੂਪ ਕਰਕੇ ਮੰਨ ਲਿਆ ਹੈ। ਸਦਾ ਏਕ ਤੂੰ ਚੈਤਨ ਨੀਕਾ। ਰਾਏ ਬੁਲਾਰ ਹਮੇਸ਼ਾ ਇੱਕੋ ਇੱਕ ਹੈ, ਨਾਨਾ ਤਰ੍ਹਾਂ ਦੇ ਇਹ ਜੜ ਹਨ, ਤੂੰ ਚੰਗੀ ਤਰ੍ਹਾਂ ਚੈਤਨ ਸਰੂਪ ਹੈ। ਜਿਹ ਬਿਨ ਜੜ ਹੈ ਬ੍ਰਿੰਦ ਰਖੀਕਾ। ਤੇਰੇ ਚੈਤਨ ਸਰੂਪ ਤੋਂ ਬਗੈਰ ਜਿੰਨੇ ਸਮੂਹ ਇੰਦਰੀ ਹੈ ਜੜ ਹਨ, ਕੁਝ ਨਹੀਂ ਕਰ ਸਕਦੇ। ਅੰਧ ਮੂਕ ਗੂੰਗੇ ਪੁਨ ਜੇਈ। ਜੇ ਭਲਾ ਤੂੰ ਕਹੇ ਵੀ ਮੈਂ ਇਹ ਗਿਆਨ ਇੰਦਰੀ ਹਾਂ, ਇਹੀ ਮੇਰਾ ਚੇਤਨ ਸਰੂਪ ਆਤਮਾ ਇੰਦਰੀ ਹੈ। ਕਹਿੰਦੇ ਦੇਖ ਜਿਹੜੇ ਅੱਖਾਂ ਤੋਂ ਅੰਨੇ ਹੁੰਦੇ ਹੈ, ਕੰਨਾਂ ਤੋਂ ਬੋਲੇ ਹੁੰਦੇ ਹੈ ਤੇ ਮੂਕ ਇਸੇ ਤਰ੍ਹਾਂ ਕੰਨਾਂ ਤੋਂ ਬੋਲੇ, ਜ਼ੁਬਾਨ ਤੋਂ ਗੂੰਗੇ ਹੁੰਦੇ ਹਨ। ਜੀਵਤ ਜਗਤ ਰਹਿਤ ਹੈ ਤੇ ਕਹਿੰਦੇ ਉਹ ਵੀ ਕਹਿੰਦੇ ਦੇਖ ਲੋ ਅੱਖਾਂ ਹੁੰਦੀਆਂ ਨਹੀਂ ਦਿਸਦਾ ਹੁੰਦਾ ਹੈ ਤੇ ਕੰਨ ਹੁੰਦੇ ਸੁਣਦਾ ਨਹੀਂ ਹੁੰਦਾ, ਜ਼ੁਬਾਨ ਹੁੰਦੀ ਹੈ ਬੋਲਿਆ ਨਹੀਂ ਜਾਂਦਾ ਹੁੰਦਾ, ਫਿਰ ਵੀ ਸੰਸਾਰ ਦੇ ਵਿੱਚ ਉਹ ਜਿਉਂਦੇ ਰਹਿੰਦੇ ਇਹਨਾਂ ਇੰਦਰੀਆਂ ਦੇ ਹੁੰਦੀਆਂ। ਇਨ ਤੇ ਆਤਮ ਲਖੀਏ ਨਿਆਰੋ। ਇਸ ਕਰਕੇ ਇਹਨਾਂ ਤੋਂ ਤੂੰ ਜਿਹੜਾ ਆਪਣਾ ਆਤਮਾ ਵੱਖਰਾ ਕਰਕੇ ਜਾਣ ਲੈ। ਇੰਦਰੀਆ ਤਨ ਕੇ ਜੌਨ ਆਧਾਰੋ। ਕਿ ਜਿਹੜੇ ਇੰਦਰੀ ਹਨ ਸਰੀਰ ਦੇ ਇਹ ਸਾਰਿਆਂ ਦਾ ਜਿਹੜਾ ਆਸਰਾ ਹੈ ਉਹ ਆਤਮਾ, ਸਰੀਰ ਦਾ ਵੀ ਹੈ ਇੰਦਰੀਆਂ ਦਾ ਵੀ ਜਿਹੜਾ ਆਸਰਾ ਹੈ ਉਹ ਤੇਰਾ ਚੇਤਨ ਸਰੂਪ ਹੈ, ਆਤਮ ਸਰੂਪ ਹੈ। ਨਿਜ ਤਤ ਕੋ ਰਖੀਕ ਗੁਣ ਗ੍ਰਾਹੀ। ਬਾਕੀ ਵੀ ਰਾਏ ਬੁਲਾਰ ਜਿੰਨੀਆਂ ਇਹ ਗਿਆਨ ਇੰਦਰੀਆਂ ਆਪੋ ਆਪਣੇ ਤੱਤਾਂ ਅਨੁਸਾਰ ਆਪੋ ਆਪਣੇ ਗੁਣਾਂ ਨੂੰ ਵਿਸ਼ਿਆਂ ਨੂੰ ਇਹ ਗ੍ਰਹਿਣ ਕਰਦੀਆਂ ਹਨ। ਨਵ ਕੋ ਸ਼ਬਦ ਸਰਵਣ ਗਹਿ ਤਾਹੀ। ਇਹ ਜਿਹੜਾ ਆਕਾਸ਼ ਤੱਤ ਹੈ ਉਹਦਾ ਗੁਣ ਹੈ ਕਹਿੰਦੇ ਸ਼ਬਦ ਤੇ ਉਹ ਗ੍ਰਹਿਣ ਕਰਦਾ ਹੈ। ਤੁਚਾ ਵਾਉ ਕੀ ਇੰਦਰੀਆ ਜਾਨ। ਸੁਣਦਾ ਹੈ ਇਸ ਤਰ੍ਹਾਂ ਉਹ ਕੁਝ ਸੁਣ ਨਹੀਂ ਗ੍ਰਹਿਣ ਕਰਦਾ, ਹਰ ਇੱਕ ਚੰਗੀ ਮੰਦੀ ਗੱਲ ਨਹੀਂ ਸੁਣਦਾ ਕਿਉਂਕਿ ਆਕਾਸ਼ ਤੱਤ ਦਾ ਜਿਹੜਾ ਗੁਣ ਹੈ ਸ਼ਬਦ ਹੈ ਤੇ ਉਹ ਸਰਵਣ ਕਰਦਾ ਕੰਨਾਂ ਰਾਹੀਂ। ਜਿਹੜੀ ਪੌਣ ਤੱਤ ਹੈ ਉਹਦਾ ਕਹਿੰਦੇ ਜਿਹੜਾ ਗੁਣ ਹੈ ਵਿਸ਼ਾ ਤੁਚਾ ਹੈ ਉਹ ਇੰਦਰੀਆਂ ਦੁਆਰਾ ਜਾਣਿਆ ਜਾਂਦਾ ਹੈ। ਤੇ ਕੋ ਵਿਸ਼ਾ ਸਪਰਸ਼ ਪਛਾਨ। ਉਹਦਾ ਅੱਗੇ ਜਿਹੜਾ ਵਿਸ਼ਾ ਹੈ ਕਹਿੰਦੇ ਉਹ ਸਪਰਸ਼ ਜਾਣ ਲਾ ਵੀ ਜਦੋਂ
ਠੰਡਾ ਤੱਤਾ ਛੂਏ ਤੇ ਉਦੋਂ ਪਤਾ ਲੱਗ ਜਾਂਦਾ ਚੰਨੜੀ ਰਾਹੀਂ। ਜਿਹ ਸੁਭਾਉ ਤਾਂ ਕੋ ਸੋ ਗਹਿਈ। ਜਿਸ ਤਰ੍ਹਾਂ ਦਾ ਕਹਿੰਦੇ ਕੋਈ ਉਸ ਤੱਤ ਦਾ ਸੁਭਾਅ ਹੈ, ਉਸ ਅਨੁਸਾਰ ਉਹਦਾ ਜਿਹੜਾ ਵਿਸ਼ਾ ਹੁੰਦਾ ਉਸ ਨੂੰ ਉਹ ਗ੍ਰਹਿਣ ਕਰਦਾ ਅੱਗੇ। ਬਾਦ ਅਹੰਤਾ ਤੂੰ ਕਿਉ ਲਹਈ। ਇਹਨਾਂ ਕਹਿੰਦੇ ਇੰਦਰੀਆਂ ਵਿੱਚ ਵਿਅਰਥ ਜਿਹੜੀ ਹੰਗਤਾ ਕਿਵੇਂ ਲੈ ਲਈਏ, ਇਹਨਾਂ ਵਿੱਚ ਕਿਵੇਂ ਐਵੇਂ ਨਿਸ਼ਫਲ ਮੈਂ ਪੁਣਾ ਧਾਰ ਲਿਆ ਵੀ ਮੇਰੇ ਇੰਦਰੇ ਮੇਰਾ ਸਰੂਪ ਹੈ। ਚਖ ਅਗਨੀ ਕੀ ਗੁਣ ਤਿਹ ਰੂਪਾ। ਜਿਹੜਾ ਅਗਨੀ ਤੱਤ ਹੈ ਉਹਦਾ ਕਹਿੰਦੇ ਚਖ ਇੰਦਰੇ ਹੈ ਗੁਣ, ਤੇ ਇਸੇ ਤਰ੍ਹਾਂ ਚਖ ਅਗਨੀ ਦਾ ਜਿਹੜਾ ਉਹਦੇ ਵਿੱਚੋਂ ਹੈ ਨੇਤਰ, ਤੇ ਉਹਦਾ ਅੱਗੇ ਕਹਿੰਦੇ ਜਿਹੜਾ ਗੁਣ ਕੀ ਵਿਸ਼ਾ ਰੂਪ ਹੈ, ਆਕਾਰ ਹੈ, ਚੰਗਾ ਮੰਦਾ ਜਨਾਣਾ। ਸੋ ਤਿਹ ਗਹਿ ਸਮਝੀਏ ਭੂਪਾ। ਆਓ ਕਹਿੰਦੇ ਜਿਹੜਾ ਇੰਦਰੀ ਚਖ ਨੇਤਰ ਹੈ ਉਸ ਗੁਣ ਨੂੰ ਸਮਝਦਾ ਹੈ ਰਾਜਨਾ ਵੀ ਇਹੋ ਜਿਹਾ ਮਧੁਰਾ ਆਕਾਰ ਹੈ, ਇਹ ਲੰਮਾ ਆਕਾਰ ਹੈ, ਇਸਦਾ ਅੱਖਾਂ ਦੇਖ ਕੇ ਦੱਸ ਦਿੱਤੀਆਂ ਹਨ। ਜਲ ਕੀ ਜੀ ਹੀ ਸੋ ਰਸ ਗੁਣ ਤਾਹੀ। ਇਸੇ ਤਰ੍ਹਾਂ ਕਹਿੰਦੇ ਜਿਹੜਾ ਜਲ ਤੱਤ ਦੀ ਜ਼ਬਾਨ ਹੈ, ਤੇ ਜਿਹੜਾ ਗੁਣ ਹੈ ਇਹਦਾ ਵਿਸ਼ਾ ਕਹਿੰਦੇ ਰਸ ਹੈ। ਜਾਨਹ ਵਿਸ਼ੈ ਸਾਧ ਕੋ ਗ੍ਰਾਹੀ। ਇਹਦਾ ਜਿਹੜਾ ਵਿਸ਼ਾ ਹੈ ਕਹਿੰਦੇ ਸਵਾਦ ਗ੍ਰਹਿਣ ਕਰਨਾ। ਜਵਾਨ ਤੇ ਕੋਈ ਚੀਜ਼ ਰੱਖੋ, ਹਰ ਇੱਕ ਸਵਾਦ ਨੂੰ ਦੱਸ ਦਿੰਦੀ ਹੈ ਵੀ ਮਿੱਠੀ ਖੱਟੀ ਹੈ, ਕੌੜੀ ਕਸੈਲੀ ਹੈ। ਛਿਤ ਕੀ ਘਰਾਣ ਗੰਧ ਗੁਣ ਜਾਨ। ਧਰਤੀ ਦਾ ਕਹਿੰਦੇ ਘਰਾਣ ਇੰਦਰਾ ਹੈ, ਉਹਦੇ ਵਿੱਚੋਂ ਆਇਆ ਹੈ। ਇਹਦਾ ਜਿਹੜਾ ਗੁਣ ਕੀ ਵਿਸ਼ਾ ਗੰਧ ਹੈ, ਦੁਰਗੰਧ ਹੈ, ਜਣਾਉਣਾ। ਕਹੇ ਸੁਤਾ ਕੋ ਲੇਹੋ ਪਛਾਨ। ਇਸ ਕਰਕੇ ਕਹਿੰਦੇ ਹਿੱਸੇ ਨੂੰ ਇਹ ਗ੍ਰਹਿਣ ਕਰਦਾ, ਪਛਾਣ ਲਾ ਨੱਕ ਨੂੰ। ਕੋਈ ਤੂੰ ਕਿਹੋ ਜਿਹਾ ਰੂਪ ਇਹ ਨਹੀਂ ਦੱਸ ਸਕਦਾ, ਕਿਸੇ ਸ਼ਬਦ ਸੁਣਿਆ ਵੀ ਨਾ ਦੱਸ ਸਕਦਾ ਵੀ ਇਹਨੇ ਚੰਗਾ ਕਿਹਾ ਕਿ ਮਾੜਾ ਹੈ। ਇਹ ਧਰਤੀ ਦਾ ਤੱਤ ਹੈ, ਘਰਾਣ ਇੰਦਰਾ ਨੱਕ ਨਾਸਾਂ, ਗੁਣ ਇਹਦਾ ਹੈਗਾ ਗੰਦੀ ਦੁਰਗੰਧੀ ਦਰਸਾਉਣਾ ਜਨਾਉਣਾ, ਉਹ ਪਛਾਣ ਲੈ। ਅਸ ਇਨ ਸਹਿਜ ਸੁਭਾਏ ਵਿਚਾਰੋ। ਕਹਿੰਦੇ ਰਾਏ ਬੁਲਾਰ ਇਸ ਤਰ੍ਹਾਂ ਦਾ ਇਹਨਾਂ ਦਾ ਸਹਿਜੇ ਤਰ੍ਹਾਂ ਹੀ ਸੁਭਾਅ ਹੈ, ਸੋਚ ਵਿਚਾਰ ਲੈ। ਆਪਨ ਅਹੰਤਾ ਕਿਉ ਤੁਮ ਧਾਰੋ। ਆਪਣੀ ਜਿਹੜੀ ਹੰਗਤ ਹੈ ਮੈਂ ਪੁਣਾ ਇਹਨਾਂ ਵੀ ਤੂੰ ਧਾਰ ਰਿਹਾ ਰੱਖ ਰਿਹਾ ਵੀ ਮੇਰੇ ਗਿਆਨ ਅੰਦਰੇ ਇਹੀ ਮੇਰਾ ਸਰੂਪ ਹੈ। ਸਭ ਰਖੀਕ ਲਖੀਏ ਦੁਖ ਕੂਪਾ। ਇਹ ਰਾਏ ਬੁਲਾਰ ਜਿੰਨੇ ਸਾਰੇ ਗਿਆਨ ਇੰਦਰੇ ਕਰਮ ਇੰਦਰੇ ਦੁੱਖਾਂ ਦੇ ਖੂਹ ਤੂੰ ਜਾਣ ਲੈ। ਤੋਰ ਸਰੂਪ ਆਨੰਦ ਅਨੂਪਾ। ਜਿਹੜਾ ਚੇਤਨ ਸਰੂਪ ਆਤਮਾ ਉਹ ਤਾਂ ਆਨੰਦ ਸਰੂਪ ਹੈ, ਅਨੂਪਮ ਹੈ, ਅਨੋਖਾ, ਉਪਮਾ ਤੋਂ ਰਹਿਤ ਹੈ। ਸੁਨ ਗੋ ਅਹੰ ਬੁਲਾਰ ਵਿਸਾਰੀ। ਗੁਰੂ ਮਹਾਰਾਜ ਤੋਂ ਸੁਣ ਕੇ ਰਾਏ ਬੁਲਾਰ ਨੇ ਜਿਹੜੀ ਇੰਦਰੀਆਂ ਵਿੱਚ ਅਹੰ ਪਣਾ ਸੀ, ਮੈਂ ਪਣਾ ਸੀ ਵੀ ਸ਼ਾਇਦ ਮੇਰਾ ਆਤਮਾ ਇੰਦਰੇ ਹੋਣ, ਉਹ ਭੁਲਾ ਦਿੱਤਾ ਇਸ ਨੇ। ਕੌਣ ਸ੍ਰੀ ਗੁਰ ਸੋ ਘੇਰਾ ਉਚਾਰੀ। ਇਸ ਤਰ੍ਹਾਂ ਫੇਰ ਗੁਰੂ ਮਹਾਰਾਜ ਦੇ ਸਾਥ ਬਚਨ ਕਿਹਾ ਇਸ ਨੇ। ਨਹਿਰ ਖੀਕ ਹੈ ਮੋਰ ਸਰੂਪ। ਮਹਾਰਾਜ ਤੁਸੀਂ ਸੱਚ ਕਹਿੰਦੇ ਹੋ, ਮੇਰਾ ਜਿਹੜਾ ਸਰੂਪ ਹੈ ਗਿਆਨ ਇੰਦਰੇ ਨਹੀਂ ਹੈ ਨਾ ਕਰਮ ਇੰਦਰੇ ਹੈਗੇ ਆ। ਜਾਨੋ ਮੈਂ ਹਾਂ ਪ੍ਰਾਨ ਅਨੂਪਾ। ਫਿਰ ਮੈਂ ਜਾਣਦਾ ਹਾਂ ਵੀ ਮੇਰਾ ਜਿਹੜਾ ਚੇਤਨ ਸਰੂਪ ਆਤਮਾ ਉਹ ਪ੍ਰਾਣ ਹੋਵੇ, ਅਨੂਪਮ ਜਿਹੜੇ ਪੰਜ ਤਰ੍ਹਾਂ ਦੇ ਪ੍ਰਾਣ ਹੈ ਇਹੀ ਮੇਰਾ ਆਤਮਾ ਹੋਵੇਗਾ। ਜਬ ਲੋ ਪ੍ਰਾਣ ਰਹਿ ਤਨ ਜੀਵਤ। ਕਿਉਂਕਿ ਜਿੰਨਾ ਚਿਰ ਸਰੀਰ ਵਿੱਚ ਪ੍ਰਾਣ ਰਹਿੰਦੇ ਉਹਨਾਂ ਚਿਰ ਕਹਿੰਦੇ ਇਹ ਜਿਉਂਦਾ ਰਹਿੰਦਾ ਹੈ। ਨਿਕਸ ਜਾਏ ਤਬ ਮ੍ਰਿਤੂ ਪੁਨ ਥੀਵਤ। ਇਹ ਪੰਜ ਪ੍ਰਾਣ ਜੇ ਸਰੀਰ ਵਿੱਚੋਂ ਨਿਕਲ ਜਾਂਦੇ ਤਦੋਂ ਇਹ ਸਰੀਰ ਕਹਿੰਦੇ ਮੁਰਦਾ ਹੋ ਜਾਂਦਾ, ਹਿਲਦਾ ਚੁਲਦਾ ਨਹੀਂ, ਬੋਲਦਾ ਚਲਦਾ ਨਹੀਂ, ਤੁਰਦਾ ਫਿਰਦਾ ਨਹੀਂ ਹੈ। ਜੀਵਤ ਮਰਨਾ ਪ੍ਰਾਣ ਅਧੀਨਾ। ਜਿਉਂਦੇ ਰਹਿਣਾ ਵੀ ਇਹ ਵੀ ਪ੍ਰਾਣਾਂ ਦੇ ਆਸਰੇ ਅਧੀਨ ਹੈ, ਜਿਹੜਾ ਮਰ ਜਾਣਾ ਵੀ ਪ੍ਰਾਣਾਂ ਦੇ ਆਸਰੇ ਹੈ। ਪ੍ਰਾਣ ਨਿਕਲ ਜਾਣ ਮਰ ਜਾਣਾ ਹੋ ਜਾਂਦਾ ਹੈ। ਪ੍ਰਾਣ ਸਰੀਰ ਵਿੱਚ ਰਹਿਣ ਤੇ ਜਿਉਂਦੇ ਰਹਿਣਾ ਹੁੰਦਾ ਹੈ। ਜਾਂ ਤੇ ਸੋ ਸਰੂਪ ਨਿਜ ਚੀਨਾ। ਇਸ ਕਰਕੇ ਮਾਰਾ ਪੰਜੇ ਪ੍ਰਾਣਾਂ ਨੂੰ ਮੈਂ ਆਪਣਾ ਜਿਹੜਾ ਚੇਤਨ ਸਰੂਪ ਆਤਮਾ ਜਾਣਿਆ ਹੈ। ਦੁੱਖ ਸੁੱਖ ਕੋ ਅਨੁਭਵ ਜਿਸ ਮਾਹੀ। ਕਿਉਂਕਿ ਜਿਨ੍ਹਾਂ ਪ੍ਰਾਣਾਂ ਵਿੱਚ ਹੀ ਦੁੱਖ ਸੁੱਖ ਦਾ ਜਿਹੜਾ ਅਨੁਭਵ ਹੁੰਦਾ ਇਹ ਮਹਿਸੂਸ ਹੁੰਦੇ ਹੈ। ਜੇ ਪ੍ਰਾਣ ਹੋਣ ਸਰੀਰ ਵਿੱਚ ਫੇਰ ਵੀ ਮੈਂ ਦੁਖੀ ਹਾਂ ਜਾਂ ਮੈਂ ਸੁਖੀ ਹੈ ਮਹਿਸੂਸ ਹੁੰਦਾ। ਜੇ ਪ੍ਰਾਣ ਨਿਕਲ ਜਾਣ ਮੁਰਦੇ ਵਿੱਚ ਤਾਂ ਨਹੀਂ ਅਨੁਭਵ ਹੁੰਦਾ ਵੀ ਮੈਂ ਦੁਖੀ ਹਾਂ ਸੁਖੀ ਹਾਂ।
ਕਹਿੰਦੇ ਪ੍ਰਾਣਾ ਕਰਕੇ ਇਹਦੇ ਅੰਦਰ ਦੁੱਖ ਸੁਖ ਅਨੁਭਵ ਹੁੰਦਾ। ਮੈਂ ਦੁਖੀ ਸੁਖੀ ਹੈ, ਮੈਂ ਔਖਾ ਸੌਖਾ ਹਾਂ। ਤਨ ਰਖੀਕ ਜੇ ਬਿਨ ਥਿਰ ਨਾਹੀ। ਜਿਨ੍ਹਾਂ ਪ੍ਰਾਣਾ ਤੋਂ ਬਗੈਰ ਕਹਿੰਦੇ ਜਿਹੜੀਆਂ ਨਾ ਸਰੀਰ ਨਾ ਇੰਦਰੀਆਂ ਕਹਿੰਦੇ ਟਿਕ ਸਕਦੀਆਂ ਰਹਿ ਸਕਦੀਆਂ ਹਨ। ਖਾਓ ਅਸਨ ਮੈਂ ਪੀਵੋ ਪਾਨਾ। ਇਹ ਪ੍ਰਾਣੀ ਪ੍ਰਾਣਾ ਦਾ ਧਰਮ ਵੀ ਮੈਂ ਭੋਜਨ ਛਕ ਰਿਹਾ ਭੁੱਖਾ ਸੀ, ਹੁਣ ਮੈਨੂੰ ਤੇ ਲੱਗੀ ਹੈ ਮੈਂ ਪਾਣੀ ਪੀ ਰਿਹਾ ਹਾਂ। ਤਾਂ ਤੇ ਮਮ ਸਰੂਪ ਹੈ ਪ੍ਰਾਨ। ਇਸ ਕਰਕੇ ਮਹਾਰਾ ਮੇਰੇ ਜਿਹੜੇ ਪੰਜ ਪ੍ਰਾਣੇ ਮੇਰਾ ਸਰੂਪ ਹੋਣਗੇ ਉਹ ਮੈਂ ਜਾਣਦਾ ਇਹਨਾਂ ਨੂੰ। ਹੇ ਰਾਜਨ ਜੇ ਪ੍ਰਾਨ ਅਨੂਪਾ। ਗੁਰੂ ਮਹਾਰਾਜ ਕਹਿੰਦੇ ਵੀ ਹੇ ਰਾਜਨ ਜਿਹੜੇ ਤੂੰ ਉਪਮਾ ਤੋਂ ਰਹਿਤ ਆਤਮਾ ਨੂੰ ਆ ਪ੍ਰਾਣ ਮੰਨ ਲਿਆ ਹੈ, ਸੋ ਪੈ ਨਹੀਂ ਹੈ ਤੋਰ ਸਰੂਪਾ। ਇਹ ਜਿਹੜੇ ਪੰਜ ਤਰ੍ਹਾਂ ਦੇ ਪ੍ਰਾਣ ਪਾਨ ਬਿਆਨ ਸਮਿਆਨ ਉਦਿਆਨ ਇਹ ਤੇਰਾ ਸਰੂਪ ਨਹੀਂ ਹੈ ਪੰਜੇ। ਜਾਗਰਤ ਸੁਪਨ ਸੁਖੋਪਤ ਮਾਹੀ। ਜਦੋਂ ਜਾਗਰਤ ਅਵਸਥਾ ਹੁੰਦੀ ਹੈ, ਫਿਰ ਸੁਪਨ ਅਵਸਥਾ ਹੁੰਦੀ ਹੈ, ਫਿਰ ਸੁਖੋਪਤ ਅਵਸਥਾ ਵਿੱਚ ਹੁੰਦਾ ਹੈ। ਤਿਨ ਹੈ ਸਥਿਰਤਾ ਕਬਹੂ ਇਹ ਨਾਹੀ। ਜਿਹੜੇ ਪੰਜੇ ਪ੍ਰਾਣ ਹੈ ਭਾਵੇਂ ਜਾਗਰਤ ਅਵਸਥਾ ਹੋਵੇ ਭਾਵੇਂ ਸੁਪਨ ਹੋਵੇ ਭਾਵੇਂ ਗਾੜੀ ਨੀਂਦ ਵਿੱਚ ਸੁਖਿਆਏ ਕਦੇ ਟਿਕਦੇ, ਇਹ ਪ੍ਰਾਣ ਆਈ ਜਾਈ ਜਾਂਦੇ ਚੱਲੀ ਜਾਂਦੇ ਤਿੰਨਾਂ ਅਵਸਥਾ ਵਿੱਚ। ਇਨ ਸਮਾਨ ਨਹਿ ਤੇਰੀ ਰੀਤਾ। ਇਹਨਾਂ ਦੇ ਸਮਾਨ ਇਹਨਾਂ ਵਰਗੀ ਤਾਂ ਤੇਰੀ ਆਤਮਾ ਦੀ ਰੀਤੀ ਮਰਜ਼ਾਦਾ ਹੈ ਨਹੀਂ ਹੈ। ਇਨ ਤੇ ਆਪ ਲਖੋ ਵਿਪਰੀਤਾ। ਇਹਨਾਂ ਤੋਂ ਆਪਣੇ ਆਪ ਨੂੰ ਤੂੰ ਕਹਿੰਦੇ ਉਲਟੀ ਰੀਤੀ ਵੀ ਜਾਣੇ, ਇਹਨਾਂ ਤੋਂ ਜਾਣੇ ਚਲਦੇ ਫਿਰਦੇ ਟਿਕਦੇ ਨਹੀਂ ਹੈ। ਤੇਰਾ ਆਤਮਾ ਚੱਲ ਇੱਕ ਰੇ ਅਬਨਾਸੀ ਹੈ। ਜਾਗਰਤ ਸੁਪਨ ਭੋਗ ਸ਼ਰਮ ਪਾਵਾ। ਕਹਿੰਦੇ ਪ੍ਰਾਣ ਜਦੋਂ ਜਾਗਦਾ ਹੁੰਦਾ ਸੁਪਨਾ ਹੁੰਦਾ ਭੋਗਦਾ ਹੁੰਦਾ, ਇਸ ਸੁਪਨ ਅਵਸਥਾ ਵਿੱਚ ਜਦੋਂ ਥਕੇਵਾਂ ਜਾ ਭਰਾਉਂਦਾ ਹੈ। ਬਹੁਰ ਸੁਖੋਪਤ ਮਾਹਿ ਸਿਧਾਵਾ। ਕਹਿੰਦੇ ਸੁਖੋਪ ਵਿੱਚ ਚਲਾ ਜਾਂਦਾ ਆਤਮਾ। ਘਨਾ ਆਨੰਦ ਕੇ ਬੀਚ ਸਮਾਵੇ। ਗਾੜੇ ਆਨੰਦ ਵਿੱਚ ਗਾੜੀ ਨੀਂਦ ਵਿੱਚ ਜਾ ਸਮਾਉਂਦਾ ਹੈ। ਬ੍ਰਿਤ ਬਹੀਨ ਨ ਆਵੇ ਜਾਵੇ। ਕਹਿੰਦੇ ਬਿਰਤੀਆਂ ਤੋਂ ਬਿਨਾ ਹੁੰਦਾ ਆਉਂਦਾ ਜਾਂਦਾ ਨਹੀਂ। ਜੋ ਹੈ ਸਦਾ ਅਚਲ ਅਨੂਪਾ। ਜਿਹੜਾ ਸਦਾ ਅਚਲ ਹੈ ਤੇ ਅਨੂਪਮ ਹੈ, ਸੋ ਔਰ ਲਖੀਏ ਆਪਨ ਸਰੂਪਾ। ਉਹਨੂੰ ਕਹਿੰਦੇ ਤੂੰ ਆਪਣਾ ਸਰੂਪ ਜਾਣ ਲਾ। ਤੈ ਜੋ ਭਾਖੇ ਪ੍ਰਾਨ ਵਿਹੀਨਾ। ਰਾਏ ਬਲਾਰ ਤੂੰ ਜੋ ਆਖਿਆ ਵੀ ਪ੍ਰਾਣਾ ਤੋਂ ਬਿਨਾ। ਦੇਹੀ ਇੰਦਰੇ ਅਥਿਰ ਨਹਿ ਚੀਨਾ। ਨਾ ਦੇ ਟਿਕਦੀ ਹੈ ਮੈਂ ਜਾਣਦਾ ਨਾ ਇੰਦਰੇ ਟਿਕਦੇ ਹਨ ਸਥਿਤ ਰਹਿੰਦੇ ਹੋ। ਤੂੰ ਜੋ ਜਾਣਦਾ ਹੈ ਠੀਕ ਨਹੀਂ ਹੈ। ਜਾਂ ਕੋ ਉੱਤਰ ਸੁਨੋ ਮੰਗਾ। ਮਹਾਰਾਜ ਕਹਿੰਦੇ ਵੀ ਹਨ ਤੂੰ ਮੰਗ ਨਾਲ ਸ਼ਾਹ ਨਾਲੇ ਦਾ ਉੱਤਰ ਸੁਣਾ। ਅਹ ਜੀਵ ਕੋ ਪ੍ਰਾਨ ਤੁਰੰਗਾ। ਜਿਹੜਾ ਕਹਿੰਦੇ ਜੀਵ ਆਤਮਾ ਹੈ, ਜਿਹੜੇ ਪੰਜ ਪੁਰਾਣੇ ਦਾ ਘੋੜੇ ਹੈ, ਤਾਂ ਪਰ ਹੋਇ ਆਰੂਢ ਪ੍ਰਲੋਕਾ। ਕਹਿੰਦੇ ਇਹਦੇ ਉੱਪਰ ਨਾ ਪ੍ਰਾਣਾ ਰੂਪੀ ਘੋੜੇ ਉੱਪਰ ਚੜ ਕੇ ਜਿਹੜਾ ਜੀਵ ਆਤਮਾ ਪਰਲੋਕ ਨੂੰ ਜਾਂਦਾ ਹੈ। ਜਾਇ ਸੰਬੰਧੀ ਹੋਤ ਸ਼ੋਕਾ। ਇਹ ਕਹਿੰਦੇ ਪ੍ਰਾਣਾ ਰੂਪੀ ਘੋੜੇ ਉੱਪਰ ਚੜ ਕੇ ਜੀਵ ਆਤਮਾ ਜਾਂਦਾ ਹੈ। ਜਿੰਨੇ ਸਾਗ ਸੁੰਦੀ ਸ਼ੋਕ ਗਮ ਦੇ ਸਹਿਤ ਹੋ ਜਾਂਦੇ ਤਾਂ ਮਾਰ ਕੇ ਰੋਣ ਲੱਗ ਪੈਂਦੇ ਹਨ। ਜਾਂ ਤੇ ਅਨੰਤ ਸਰੂਪ ਪਛਾਨੋ। ਇਸ ਕਰਕੇ ਵੀ ਤੂੰ ਜਿਹੜਾ ਆਤਮਾ ਹੈ ਉਹਨੂੰ ਕੋਈ ਆਪਣਾ ਸਰੂਪ ਹੋਰ ਪਛਾਣੇ ਨਹੀਂ ਹੈ, ਪ੍ਰਾਣ ਨਹੀਂ ਹੈ। ਜਿਹ ਜਾਣੇ ਸਭ ਸੰਕਟ ਹਨ। ਜੇ ਚੇਤਨ ਸਰੂਪ ਦੇ ਜਾਣਿਆ ਹੋਇਆ ਸਾਰੇ ਦੁੱਖ ਨਾਸ ਹੋ ਜਾਂਦੇ। ਉਸ ਐਸਾ ਸਰੂਪ ਹੈ ਸੁਖ ਰੂਪ। ਸੁਨ ਕਰ ਰਾਏ ਸਰੋਨ ਅਸ ਬਚਨਾ। ਗੁਰੂ ਮਹਾਰਾਜ ਦੇ ਐਸੇ ਬਚਨਾਂ ਨੂੰ ਰਾਏ ਬੁਲਾਰ ਨੇ ਕੰਨਾਂ ਵਿੱਚ ਸੁਣ ਕਰਕੇ ਤਿਆਗੀ ਪ੍ਰਾਣ ਅਹੰਕੀ ਰਚਨਾ। ਜਿਹੜੇ ਪ੍ਰਾਣਾਂ ਦੇ ਵਿੱਚ ਅਹੰਪਣਾ ਧਾਰਿਆ ਸੀ ਵੀ ਮੈਂ ਸ਼ਾਇਦ ਪੰਜ ਪ੍ਰਾਣ ਹੋਵਾਂ, ਉਹ ਰਚਨਾ ਉਹ ਜਿਹੜੀ ਖਿਆਲ ਸੀ ਛੱਡ ਦਿੱਤੇ ਇਸ ਨੇ। ਬੋਲਿਓ ਜਗਤ ਲਖਿਓ ਸਭ ਕਾਚਾ। ਫਿਰ ਬੋਲਿਆ ਮਾਰਾ ਸੰਸਾਰ ਤਾਂ ਮੈਂ ਸਾਰਾ ਕੱਚਾ ਹੀ ਜਾਣ ਲਿਆ, ਨਸਵੰਤ ਜਾਣ ਲਿਆ। ਪ੍ਰਾਨ ਨਹੀਂ ਮੈਂ ਸਾਚ ਉਬਾਚਾ।
ਮੇਰਾ। ਮਹਾਰਾਜ ਸੱਚ ਕਹਿਣਾ ਵੀ ਬਿਲਕੁਲ ਮੇਰਾ ਆਤਮਾ ਪ੍ਰਾਣ ਰੂਪ ਨਹੀਂ ਹੈ। ਮਨ ਸਰੂਪ ਮੈਂ ਆਪਣਾ ਫਿਰ ਜਾਣਾ। ਮਹਾਰਾਜ ਮੈਂ ਆਪਣਾ ਜਿਹੜਾ ਸਰੂਪ ਹੈ ਮਨ ਨੂੰ ਜਾਣ ਲਿਆ ਹੈ। ਜਾਂ ਕੇ ਹੈ ਅਧੀਨ ਸਭ ਗਿਆਨ। ਕਿ ਜਿਸ ਮਨ ਆਤਮਾ ਦੇ ਸਾਰੇ ਕਹਿੰਦੇ ਗਿਆਨ ਧਿਆਨ ਅਧੀਨ ਹਨ। ਸਾਵਧਾਨ ਮਨ ਹੋਏ ਨ ਜਾਲੋ। ਕਿ ਸਤਿਗੁਰੂ ਜਿੰਨਾ ਚਿਰ ਮਨ ਸਾਵਧਾਨ ਨਹੀਂ ਹੁੰਦਾ ਮਨ ਟਿਕਦਾ ਨਹੀਂ ਨਾ ਕਿਸੇ ਪਾਸੇ। ਗਿਆਨ ਉਪਾਵੈ ਕੋਇ ਨ ਤੌਲੋ। ਤੱਕ ਕੋਈ ਵੀ ਗਿਆਨ ਨਹੀਂ ਪਾਉਂਦਾ। ਜਦੋਂ ਮਨ ਐਨ ਸਾਫ ਹੁੰਦਾ ਟਿਕਿਆ ਹੁੰਦਾ ਫਿਰ ਸਭ ਤਰ੍ਹਾਂ ਦੇ ਗਿਆਨ ਇਹ ਦਿੰਦਾ ਹੈ। ਮੈਂ ਸੰਕਲਪ ਕੀਓ ਅਸ ਭਾਂਤੀ। ਮਨ ਹੀ ਕਹਿੰਦਾ ਵੀ ਮੈਂ ਇਸ ਤਰ੍ਹਾਂ ਦਾ ਸੰਕਲਪ ਕੀਤਾ ਫੁਰਨਾ ਕੀਤਾ ਹੈ। ਜਾਂ ਤੇ ਜੀਤੋਂ ਸਕਲ ਅਰਾਤੀ। ਜਿਸ ਕਰਕੇ ਮਨ ਹੀ ਕਹਿੰਦਾ ਹੈ ਫਲਨਾ ਜਾ ਕਰਕੇ ਵੀ ਮੈਂ ਸਾਰੇ ਬੈਰੀਆਂ ਨੂੰ ਜਿੱਤਾਂਗਾ ਕੋਈ ਨਹੀਂ ਰਹਿਣ ਦੇਣਾ ਸਭ ਨੂੰ ਆਪਣੇ ਪੈਰੀ ਪਾ ਲਾਂਗਾ। ਮਨ ਕੋ ਧਰਮ ਸੰਕਲਪ ਉਠਾਵਤ। ਰਾਏ ਬਲਾਰ ਮਨ ਦਾ ਧਰਮ ਹੈ ਤਰ੍ਹਾਂ ਤਰ੍ਹਾਂ ਦੇ ਸੰਕਲਪ ਜੇ ਉਠਾਉਣੇ। ਸੋ ਸਭ ਆਪਨ ਮੈਂ ਲਖ ਪਾਵਤ। ਤੂੰ ਆਪਣੇ ਵੀ ਜਾਣ ਪਾ ਰਿਹਾ ਵੀ ਸ਼ਾਇਦ ਮੈਂ ਜਿਹੜਾ ਮੇਰਾ ਮਨ ਹੈ ਉਹਦੇ ਵਿੱਚੋਂ ਹੀ ਇਹ ਫੁਰਨੇ ਉੱਠ ਰਹੇ ਹੋਣ। ਤਾਂ ਤੇ ਮਨ ਸਰੂਪ ਹੈ ਮੇਰੋ। ਇਸ ਕਰਕੇ ਵੀ ਤੂੰ ਜਾਣਦਾ ਵੀ ਮੇਰਾ ਸਰੂਪ ਮਨ ਹੀ ਹੈ। ਜਾਂ ਤੇ ਅੰਤ ਔਰ ਨਹਿ ਹੇਰੋ। ਇਸ ਕਰਕੇ ਮਾਰਾ ਮਨ ਤੋਂ ਬਗੈਰ ਮੈਂ ਹੋਰ ਨਹੀਂ ਆਪਣਾ ਸਰੂਪ ਵੇਖਦਾ। ਹੋ ਰਾਜਨ ਤੂੰ ਮਨ ਭੀ ਨਾਹੀ। ਗੁਰੂ ਮਹਾਰਾਜ ਕਹਿੰਦੇ ਰਾਏ ਬੁਲਾਰ ਤੂੰ ਤਾਂ ਮਨ ਰੂਪ ਨਹੀਂ ਹੈ ਤੇਰਾ ਆਤਮਾ ਮਨ ਨਹੀਂ ਹੈ। ਹੋਨ ਵਿਕਾਰ ਹੇਤ ਤਿਹ ਮਾਹੀ। ਕਿਉਂਕਿ ਇਹਦੇ ਵਿੱਚ ਕਾਰਨ ਇਹ ਹੈ ਵੀ ਮਨ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਵਿਕਾਰ ਪੈਦਾ ਹੁੰਦੇ ਰਹਿੰਦੇ। ਬਿਨਾ ਵਿਕਾਰ ਰੂਪ ਹੈ ਤੇਰਾ। ਤੇਰਾ ਜਿਹੜਾ ਚੇਤਨ ਸਰੂਪ ਹੈ ਉਹ ਬਿਨਾ ਵਿਕਾਰਾਂ ਤੋਂ ਦੇ ਤਰ੍ਹਾਂ ਤਰ੍ਹਾਂ ਦੇ ਫੁਰਨੇ ਨਹੀਂ ਉੱਠਦੇ ਕਲਪਨਾ ਨਹੀਂ ਉੱਠਦੀਆਂ ਵਿਸ਼ੇ ਨਹੀਂ ਪੈਦਾ ਹੁੰਦੇ। ਤਾਂ ਕੋ ਅਬ ਨੀਕੀ ਵਿਦ ਹੇਰੋ। ਉਹਨੂੰ ਬਈ ਚੰਗੀ ਤਰ੍ਹਾਂ ਹੁਣ ਵਿਧੀ ਨਾਲ ਚੰਗੇ ਤਰੀਕੇ ਨਾਲ ਤੂੰ ਵੇਖ। ਜਿਹਨੇ ਇਸ ਮਨ ਕੋ ਉਪਜਾਵਾ। ਦੇਖ ਰਾਏ ਬੁਲਾਰ ਜਿਸਨੇ ਇਹ ਮਨ ਨੂੰ ਪੈਦਾ ਕੀਤਾ ਹੈ ਨਾ ਸੋ ਸਰੂਪ ਤੂੰ ਸਦਾ ਸੁਹਾਵਾ। ਉਹ ਅਸਲਾ ਤੂੰ ਕਹਿੰਦੇ ਸੋ ਸਰੂਪ ਹੈ ਉਹ ਹਮੇਸ਼ਾ ਸੋਭ ਨਹੀਂ ਕੋ ਤੇਰਾ ਆਪਣਾ ਆਪਾ ਹੀ ਹੈ ਆਤਮਾ ਹੀ ਹੈ ਜਿਸ ਤੋਂ ਇਹ ਮਨ ਪੈਦਾ ਹੋਇਆ ਹੋਂਦ ਵਿੱਚ ਆਇਆ ਹੈ। ਉਪਜਨ ਬਿਨਸਨ ਮਹਿ ਤੂੰ ਨਾਹੀ। ਰਾਏ ਬੁਲਾਰ ਇਹ ਮਨ ਪੈਦਾ ਹੁੰਦਾ ਮਰਦਾ ਹੈ ਕਰਪੁਰ ਕਰਕੇ ਤੂੰ ਪੈਦਾ ਹੋਣ ਵਿੱਚ ਮਨ ਵਿੱਚ ਹੈ ਹੀ ਨਹੀਂ ਹੈ। ਨਿਤਿਆ ਏਕ ਰਸ ਲਖ ਉਰ ਮਾਹੀ। ਉਤਾਰੇ ਦੇ ਵੀ ਜਾਣ ਲਾ ਹਮੇਸ਼ਾ ਇੱਕ ਰਾਸ ਤੇ ਹਮੇਸ਼ਾ ਨਿਤਰੂ ਸਦਾ ਰਹਿਣ ਵਾਲਾ ਹੈ। ਕਹਿਤ ਜਾਨ ਮੇਰੇ ਮਨ ਆਈ। ਕਿਉਂਕਿ ਕਈ ਵਾਰੀ ਜਿਹੜਾ ਅੰਦਰ ਲਾਇਆ ਕਹਿੰਦਾ ਵੀ ਮੇਰੇ ਮਨ ਵਿੱਚ ਇਸ ਤਰ੍ਹਾਂ ਦੀ ਗੱਲ ਆਈ ਹੈ। ਸ਼ਤਰੂ ਜੀਤਾ ਕਰਾਂ ਲੜਾਈ। ਇਹੋ ਜੀ ਲੜਾਈ ਮੈਂ ਕਰਾਂਗਾ ਸਾਰੇ ਵੈਰੀਆਂ ਨੂੰ ਮੈਂ ਜਿੱਤ ਲਵਾਂਗਾ। ਜਿਹੜਾ ਅੰਦਰੋਂ ਇਹ ਮੰਨਣਾ ਹੀ ਕਹਿੰਦਾ ਹੈ ਨਾ ਵੀ ਮੈਂ ਜਾਣਨਾ ਮੈਂ ਸਾਰਿਆਂ ਨਾਲ ਲੜਾਈ ਕਰਕੇ ਸਾਰਿਆਂ ਨੂੰ ਜਿੱਤ ਲੈਣਾ ਹੈ। ਜੋ ਭਾਖਤ ਮਨ ਕੋ ਮਨ ਮੇਰੋ। ਜਿਹੜਾ ਇਉਂ ਕਹਿੰਦਾ ਵੀ ਇਹ ਜਿਹੜਾ ਮੇਰਾ ਮਨ ਅੱਜ ਬਹੁਤ ਦੁਖੀ ਅੱਜ ਮੇਰਾ ਮਨ ਟਿਕਿਆ ਹੋਇਆ ਅੱਜ ਮੇਰਾ ਮਨ ਭਟਕ ਰਿਹਾ ਹੈ ਅੰਦਰੋਂ ਕਹਿੰਦਾ ਹੈ ਨਾ ਉਹ ਕੋਈ। ਸੋ ਸਰੂਪ ਆਪਣੋ ਤੁਮ ਹੇਰੋ। ਉਸ ਨੂੰ ਤੂੰ ਆਪਣਾ ਸਰੂਪ ਜਾਣਨਾ ਲੈਣਾ ਕਰ ਵੀ ਉਹ ਤੇਰਾ ਅਸਲੀ ਵਾਸਤਵ ਸਰੂਪ ਹੈ। ਰਾਏ ਬੁਲਾਰ ਮਨ ਕੀ ਗਤਾ ਗਤੀ ਜੋ ਜਾਣੈ। ਮਨ ਟਿਕਿਆ ਹੋਇਆ ਮਨ ਕਿਸੇ ਪਾਸੇ ਕਿੱਧਰ ਜਾ ਰਿਹਾ ਆ ਰਿਹਾ ਇਹਦੀ ਹਾਲਤ ਨੂੰ ਜੋ ਜਾਣਦਾ ਹੈ ਨਾ ਸਵਯੰ ਪ੍ਰਕਾਸ਼ ਸਦਾ ਸੋ ਭਾਨੈ। ਜਿਹੜਾ ਆਪਣੇ ਆਪ ਤੋਂ ਪ੍ਰਕਾਸ਼ਨ ਵਾਲਾ ਹਮੇਸ਼ਾ ਪ੍ਰਤੀਤ ਹੁੰਦਾ ਹੈ। ਸਾਧਨ ਜਾਣੈ ਨਾਦ ਰਖੀਕਾ। ਹਾਂਜੀ ਸਾਧਨ ਜਾਣੈ ਨਾਦ ਰਖੀਕਾ। ਸਾਧਨ ਨੌਨ ਹੈ ਜਿਉ ਨੈ ਨਾਦ ਰਖੀਕਾ। ਨਾਦ ਨਹੀਂ ਹੋਣਾ ਨੈ ਨਾਦ ਇਕੱਠਾ ਹੈ। ਸਾਧਨ ਜਿਉ ਨੈ ਨਾਦ ਰਖੀਕਾ ਜਿਵੇਂ ਕਹਿੰਦੇ ਮਨ ਦੇ ਜਿਹੜੇ ਸਾਧਨ ਹੈ ਨਾ ਉਹ ਨਿਤਰ ਆਦਿਕ ਹੈ ਜਵਾਨ ਆਦਿਕ ਹੈ ਇਹ ਜਿੰਨੀਆਂ ਇੰਦਰੀਆਂ ਕਹਿੰਦੇ ਮਨ ਦੇ ਸਾਧਨ ਇਹਦੇ ਰਾਹੀਂ ਸਭ ਕੁਝ ਜਾਣਦਾ ਪਛਾਣਦਾ ਹੈ।
ਤਿਉ ਮਨ ਸਾਧਨ ਜਾਣਹੁ ਨੀਕਾ। ਐਵੇਂ ਕਹਿੰਦੇ ਜਿਹੜਾ ਆਤਮਾ ਉਹਦਾ ਮਨ ਸਾਧਨ ਹੈ, ਮਰਨਾ ਹੀ ਸਭ ਕੁਝ ਜਾਣਦਾ। ਮੈਂ ਦੁਖੀ ਸੁਖੀ ਹਾਂ, ਔਖਾ ਸੌਖਾ, ਟਿਕਿਆ ਹਾਂ, ਚੰਚਲ ਹਾਂ। ਵੇਖਣ ਸੁਣਨ ਚਖ ਸ਼ਰੁਤ ਬਿਨ ਨਾਹੀ। ਕਿਉਂਕਿ ਜਿਹੜਾ ਵੇਖਣਾ ਹੈ, ਸੁਣਨਾ ਹੈ, ਚੱਲਣਾ ਹੈ, ਇਹ ਇੰਦਰੀਆਂ ਤੋਂ ਬਿਨਾ ਨਹੀਂ ਹੁੰਦਾ ਹੈ। ਮਨ ਵਿਹੀਨ ਤਿਉ ਬ੍ਰਿਤ ਨ ਕਾਹੀ। ਐਵੇਂ ਮਨ ਤੋਂ ਬਿਨਾ ਕੋਈ ਬਿਰਤੀ ਨਹੀਂ ਹੈ। ਜੇ ਮਨ ਹੋਊਗਾ ਫਿਰ ਤਰ੍ਹਾਂ ਤਰ੍ਹਾਂ ਦੇ ਪਾਸੇ ਬਿਰਤੀ ਜਾਊਗੀ, ਇੱਧਰ ਉੱਧਰ ਜਾਊਗਾ। ਉਸ ਪ੍ਰਕਾਰ ਕੀ ਸੁਨ ਕਰ ਬਾਣੀ। ਇਸ ਤਰ੍ਹਾਂ ਦੇ ਬਚਨ ਮਹਾਰਾਜ ਦੇ ਮੁਖੋਂ ਸੁਣ ਕੇ ਰਾਏ ਤਬਹਿ ਹੰਤਾ ਮਨ ਹਾਨੀ। ਰਾਏ ਬਲਾਰ ਜੀ ਨੇ ਫਿਰ ਜਿਹੜੀ ਮਨ ਦੇ ਉੱਪਰ ਹੰਗਤਾ ਸੀ ਵੀ ਸ਼ੇਰ ਮੇਰਾ ਆਤਮਾ ਮਨ ਹੀ ਹੋਊਗਾ, ਉਹ ਨਾਸ ਕਰਦੀ ਹੈ। ਕਰ ਵਿਚਾਰ ਪੁਨ ਬਚਨ ਉਚਾਰਾ। ਇਉਂ ਸੋਚ ਵਿਚਾਰ ਕਰਕੇ ਰਾਏ ਬਲਾਰ ਨੇ ਫਿਰ ਬਚਨ ਕਿਹਾ ਸਤਿਗੁਰਾਂ ਨੂੰ। ਮਨ ਨਹਿ ਮੇਰੋ ਰੂਪ ਉਦਾਰਾ। ਮੇਰਾ ਠੀਕ ਹੈ, ਜਿਹੜਾ ਮੇਰਾ ਸੁਰਾ ਸ੍ਰੇਸ਼ਟ ਸਰੂਪ ਉਹ ਮਨ ਨਹੀਂ ਹੈ। ਇਸ ਤੇ ਪਰੈ ਬੁੱਧ ਹੈ ਜੋਈ। ਇਹ ਮਨ ਤੋਂ ਪਰੇ ਤਾਂ ਅੱਗੇ ਮਹਾਰਾਜ ਜਿਹੜੀ ਬੁੱਧ ਹੈ ਇਹੀ ਹੈ, ਰਹਿ ਗਈ ਹੈ। ਨਿਜ ਸਰੂਪ ਮੈਂ ਮਾਨਿਓ ਸੋਈ। ਫੇਰ ਮਹਾਰਾਜ ਮੈਂ ਬੁੱਧੀ ਨੂੰ ਆਪਣਾ ਸਰੂਪ ਮੰਨ ਲੈਣਾ ਹੋਵੇ, ਮੇਰੀ ਬੁੱਧੀ ਜਿਹੜਾ ਮੇਰਾ ਆਤਮਾ ਹੋਵੇਗੀ। ਨਿਸ਼ਚਾ ਕਰਨ ਧਰਮ ਬੁੱਧ ਕੇਰਾ। ਬੁੱਧੀ ਦਾ ਜਿਹੜਾ ਧਰਮ ਹੈ ਉਹ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦਾ ਨਿਰਣਾ ਕਰਨਾ, ਨਿਸ਼ਚਾ ਕਰਨਾ। ਆਪਨ ਹੰਤਾ ਤਾਮਹਿ ਹੇਰਾ। ਇਸ ਕਰਕੇ ਬੁੱਧੀ ਵਿੱਚ ਮੈਂ ਆਪਣੀ ਹੰਗਤਾ ਨੂੰ ਕਰਕੇ ਵੇਖਦਾ ਮੇਰਾ ਆਤਮਾ ਬੁੱਧੀ ਹੋਵੇਗੀ। ਜਾਂ ਤੇ ਪਰੈ ਨ ਜਾਣਿਓ ਜਾਈ। ਇਸ ਬੁੱਧੀ ਤੋਂ ਪਰੇ ਤਾਂ ਹੋਰ ਕੋਈ ਆਤਮਾ ਜਾਣਿਆ ਨਹੀਂ ਜਾਂਦਾ ਹੈ। ਆਹ ਪਰੈ ਤੋ ਦੇਹ 부ਝਾਈ। ਜੇ ਮਾਰਾ ਬੁੱਧੀ ਤੋਂ ਪਰੇ ਕੋਈ ਆਤਮਾ ਹੈਗਾ ਤਾਂ ਆਪ ਮੈਨੂੰ ਸਮਝਾ ਦਿਓ, ਲਿਖਾ ਜਨਾ ਦਿਓ। ਸੁਣ ਬੋਲੇ ਸ੍ਰੀ ਪੰਕਜ ਬਦਨਾ। ਗੁਰੂ ਮਹਾਰਾਜ ਰਾਏ ਬਲਾਰ ਤੋਂ ਸੁਣ ਕੇ ਬੋਲੇ ਜਿਨ੍ਹਾਂ ਦੇ ਕਬਲ ਵਰਗਾ ਮੁਖ ਹੈ। ਓ ਰਾਜਨ ਕਰ ਅਹੰ ਨਿਕਦਨਾ। ਮਹਾਰਾਜ ਕਹਿੰਦੇ ਹੇ ਰਾਜੇ ਤੂੰ ਇਹ ਬੁੱਧੀ ਵਿੱਚੋਂ ਵੀ ਜਿਹੜੀ ਹੰਗਤਾ ਕੱਢ ਦੇ, ਤੂੰ ਬੁੱਧ ਰੂਪ ਨਹੀਂ ਹੈ। ਨਹੀਂ ਬੁੱਧ ਤੂੰ ਦੇਖ ਵਿਚਾਰਾ। ਚੰਗੀ ਤਰ੍ਹਾਂ ਤਾਂ ਸੋਚ ਵਿਚਾਰ ਕੇ ਦੇਖ, ਤੇਰਾ ਜਿਹੜਾ ਆਤਮਾ ਹੈ ਚੇਤਨ ਉਹ ਬੁੱਧੀ ਰੂਪ ਨਹੀਂ ਹੈ। ਮਿਲ ਜਾਂ ਸੋ ਭਾ ਜੀਵ ਦੁਖਾਰਾ। ਜਿਸ ਬੁੱਧੀ ਨਾਲ ਮਿਲ ਕੇ ਕਹਿੰਦਾ ਜੀਵ ਦੁਖੀ ਸੁਖੀ ਹੋ ਰਿਹਾ ਹੈ। ਪੰਜ ਭੂਤ ਮੈਂ ਤਮ ਗੁਣ ਜੋਈ। ਇਹ ਜਿਹੜੇ ਪੰਜ ਤੱਤ ਹੈ ਨਾ, ਕਹਿੰਦੇ ਇਹਨਾਂ ਵਿੱਚ ਜਿਹੜਾ ਤਮੋ ਗੁਣ ਹੈ ਤਿਹ ਤੇ ਬਨਿਓ ਥੂਲ ਸਭ ਕੋਈ। ਇਸ ਤੋਂ ਹੀ ਕਹਿੰਦੇ ਜਿਹੜਾ ਸਥੂਲ ਸਰੀਰ ਹੈ ਹੱਡ ਚਮ ਦਾ ਇਹ ਬਣਿਆ ਪੰਜ ਤੱਤਾਂ ਤੋਂ। ਤਿੰਨ ਮਹਿ ਅੰਸ਼ ਜੋ ਰਜਗੁਣ ਨੀਕਾ। ਇਹਨਾਂ ਦੇ ਪੰਜਾਂ ਤੱਤਾਂ ਵਿੱਚ ਜਿਹੜਾ ਕਹਿੰਦੇ ਰਜੋ ਗੁਣਾ ਵੱਖਰਾ ਵੱਖਰਾ ਚੰਗੀ ਤਰ੍ਹਾਂ ਅੰਸ਼ ਹਿੱਸਾ। ਤਿਹ ਨਿਰਮਾਈ ਸਰਬ ਰਖੀਕਾ। ਉਹਨਾਂ ਨੇ ਕਹਿੰਦੇ ਆਪੋ ਆਪਣੇ ਰਜੋਗੁਣ ਅਡੋਡੀ ਕਹਿੰਦੇ ਜਿਹੜੀਆਂ ਇੰਦਰੀਆਂ ਇਹ ਪੈਦਾ ਕਰ ਲਈਆਂ ਹਨ। ਤਾ ਮਹਿ ਸਤਗੁਣ ਅੰਸ਼ ਸੁਹਾਵਾ। ਇਹਨਾਂ ਪੰਜਾਂ ਤੱਤਾਂ ਵਿੱਚ ਹੀ ਕਹਿੰਦੇ ਜਿਹੜਾ ਸਤੋ ਗੁਣਾ ਸ਼ੋਭਨੀਕ ਹੈ। ਤਿਹ ਤੇ ਅੰਤਹਿ ਕਰਨ ਬਨਾਵਾ। ਇਕੱਠੇ ਕਹਿੰਦੇ ਸਤੋ ਅੰਸ਼ ਤੋਂ ਅੰਤਹਿ ਕਰਨ ਬਣਾ ਲਿਆ ਹੈ। ਚਤੁਰ ਪ੍ਰਕਾਰ ਭਇਓ ਸੋ ਜਾਨੋ। ਉਹ ਜਿਹੜਾ ਅੰਤ ਹੈ ਕਹਿੰਦੇ ਚਾਰ ਪ੍ਰਕਾਰ ਦਾ ਹੋ ਗਿਆ, ਤੂੰ ਜਾਣ ਲਾਏ ਸਤੋ ਅੰਸ਼ ਤੋਂ। ਮਨ ਬੁੱਧ ਚਿਤ ਅਹੰਕਾਰ ਪਛਾਨੋ। ਮਨ ਹੈ, ਬੁੱਧ ਹੈ, ਚਿੱਤ ਹੈ, ਅਹੰਭਾਵ ਹੈ। ਇਹ ਕਹਿੰਦੇ ਚਾਰ ਪ੍ਰਕਾਰ ਦਾ ਅੰਤఃਕਰਨ ਵਰਗੇ ਚਾਰ ਬਿਰਤੀਆਂ ਜਿਹੜੀਆਂ ਅੰਤঃਕਰਨ ਹੈ। ਇਨਕੀ ਵਿਦ ਸਭ ਜਾਨਾ ਹੋ ਐਸੇ। ਇਹਨਾਂ ਕਹਿੰਦੇ ਚਾਰ ਬਿਰਤੀਆਂ ਦੀ ਚਾਰੇ ਅੰਤঃਕਰਨ ਦੀ ਜਿਹੜੀ ਵਿਧੀ ਇਸ ਤਰ੍ਹਾਂ ਤੂੰ ਜਾਣ ਲਾ। ਤਬ ਸਰੂਪ ਕੋ ਆਸ਼ਰੈ ਜੈਸੇ। ਇਸ ਤਰ੍ਹਾਂ ਤੇਰੇ ਸਰੂਪ ਦੇ ਤੇਰਾ ਜਿਹੜਾ ਸਰੂਪ ਹੈ ਜਿਸ ਤਰ੍ਹਾਂ ਇਹਨਾਂ ਦਾ ਆਸਰਾ ਹੈ ਨਾ ਬਿਰਤੀਆਂ ਦਾ। ਰਥ ਰੂਪੀ ਜੋ ਆਹੈ ਸਰੀਰਾ। ਕਹਿੰਦੇ ਜਿਹੜਾ ਸਰੀਰ ਹੈ ਇਹ ਤਾਂ ਜਿਵੇਂ ਕੋਈ ਰਥ ਹੋਵੇ, ਉਹ ਰਥ ਰੂਪ ਸਰੀਰ ਹੈ। ਤਿਹ ਤੁਰੰਗ ਇੰਦਰੀ ਲਖ ਧੀਰਾ। ਜਿਹੜੀਆਂ ਗਿਆਨ ਇੰਦਰੀਆਂ ਇਹ ਰਥ ਨੂੰ ਜਿਵੇਂ ਕਹਿੰਦੇ ਘੋੜੇ ਜੋੜੇ ਹੋਣ ਪੰਜ, ਇਸ ਤਰ੍ਹਾਂ ਜਾਣ ਲਾ ਧੀਰ ਜਵਾਨ। ਮਨ ਡੋਰੀ ਕੇ ਸਮ ਪਹਿਚਾਨੋ। ਮਨ ਇਉਂ ਹੈ ਜਿਵੇਂ ਉਹ ਘੋੜੇ ਦੇ ਕੋਈ ਲਗਾਮ ਜੀ ਪਾਈ, ਲਗਾਮਾਂ ਜੀਆਂ ਪਾਈਆਂ ਹੁਣ ਪਛਾਣ ਲਾ। ਬੁੱਧ ਸਾਰਥੀ ਤਿਨ ਹੈ ਪਰਮਾਨੋ। ਜਿਹੜੀ ਬੁੱਧੀ ਹੈ ਇਹ ਜਿਵੇਂ ਰਥ ਦੇ ਵਿੱਚ ਰਸਵਾਹੀ ਬੈਠਾ ਹੁੰਦਾ, ਰਥ
ਰਥ ਨੂੰ ਚਲਾਉਣ ਵਾਲਾ ਉਹਦੇ ਸਮਾਨ ਮੰਨ ਲੈ। ਰਥੀ ਆਤਮਾ ਰੂਪ ਸੋ ਤੇਰੋ। ਤੇਰਾ ਜਿਹੜਾ ਆਤਮਾ ਹੈ ਨਾ, ਕਿ ਆਤਮਾ ਰੂਪ ਹੈ, ਉਹ ਕਹਿੰਦੇ ਜਿਵੇਂ ਵਿੱਚ ਰਸ ਦਾ ਮਾਲਕ ਹੋਵੇ, ਰਸ ਦੇ ਵਿੱਚ ਮੌਜ ਨਾਲ ਟਿਕਿਆ ਹੋਵੇ। ਜਾ ਕੋ ਹਰਖ ਸ਼ੋਕ ਨ ਹੇਰੋ। ਉਹ ਜਿਹੜਾ ਆਤਮਾ ਹੈ ਰਥੀ ਰਸ ਵਾਲਾ, ਉਹਨੂੰ ਕਹਿੰਦੇ ਉਹ ਖੁਸ਼ੀ ਗਮੀ ਉਹਦੇ ਵਿੱਚ ਕੋਈ ਨਹੀਂ ਦੇਖੀ ਦੀ ਹੈ, ਉਹ ਸਭ ਤੋਂ ਰਹਿਤ ਹੈ। ਤਾਂ ਕੋ ਤੂੰ ਨੀਕੈ ਲਖ ਲੀਜੈ। ਉਹ ਜਿਹੜਾ ਆਤਮਾ ਸਰੂਪ ਹੈ ਨਾ, ਰਥ ਵਿੱਚ ਸ੍ਰੀ ਰਥ ਵਿੱਚ ਬੈਠਣ ਵਾਲਾ, ਉਹਨੂੰ ਤੂੰ ਚੰਗੀ ਤਰ੍ਹਾਂ ਜਾਣ ਲਾ ਰਾਏ ਬੁਲਾਰ। ਅਪਰ ਅਹੰਤਾ ਤਿਆਗਨ ਕੀਜੈ। ਸਰੀਰ ਦੀ ਅੰਗਤਾ ਵੀ, ਸਾਗ ਸੰਬੰਧੀਆਂ ਦੀ ਹੰਗਤਾ, ਗਿਆਨ ਇੰਦਰੀਆਂ, ਕਰਮ ਇੰਦਰੀਆਂ ਦੀ, ਮਨ ਦੀ ਹੰਗਤਾ, ਬੁੱਧੀ ਦੀ ਹੰਗਤਾ ਸਭ ਛੱਡ ਦੇ। ਜਿਹ ਕੋ ਸਕੈ ਨ ਅਗਨ ਜਰਾਈ। ਜੇ ਤੇਰੇ ਆਤਮ ਸਰੂਪ ਦੇ ਤਾਈਂ ਜਿਹੜੀ ਅੱਗ ਹੈ ਸਾੜ ਨਹੀਂ ਸਕਦੀ ਹੈ। ਨੀਰਨ ਤਾਂ ਕੋ ਕਬ ਹੈ ਗਰਾਈ। ਇਸੇ ਤਰ੍ਹਾਂ ਜਿਹੜਾ ਕੋਈ ਪਾਣੀ ਉਹਨੂੰ ਗਾੜ ਨਹੀਂ ਸਕਦਾ, ਡੋਬ ਨਹੀਂ ਸਕਦਾ। ਨੈਨੋ ਦਹੰਤੀ ਸ਼ਾਸਤਰਾਣੀ ਨੈਨੋ ਦਹੰਤੀ ਪਾਪਕਾ, ਜਿਵੇਂ ਸੁਰਤੀ ਵਿੱਚ ਕਿਹਾ, ਜਿਹਨੂੰ ਅੱਗ ਸਾੜ ਨਹੀਂ ਸਕਦੀ ਹੈ, ਤੇ ਇਸੇ ਤਰ੍ਹਾਂ ਸ਼ਾਸਤਰ ਕੋਈ ਘਟ ਨਹੀਂ ਸਕਦਾ ਹੈ। ਨਹ ਸ਼ਾਸਤਰਾਂ ਸੋ ਛੇਦਿਓ ਜਾਏ। ਤੇਰਾ ਆਤਮਾ ਕਿਸੇ ਸ਼ਾਸਤਰ ਦੇ ਨਾਲ ਕਟਿਆ ਵਡਿਆ ਵੀ ਨਹੀਂ ਜਾ ਸਕਦਾ। ਸਰੀਰ ਨੂੰ ਜ਼ਰੂਰ ਕੱਟ ਸਕਦੇ ਹਾਂ ਅਸੀਂ। ਪੌਨ ਨ ਤਾਂ ਕੋ ਸਕੈ ਉਡਾਏ। ਉਹ ਆਤਮਾ ਨੂੰ ਜਿਹੜੀ ਹਵਾ ਉਡਾ ਨਹੀਂ ਸਕਦੀ ਹੈ, ਸਰੀਰ ਨੂੰ ਉਡਾਇਆ ਜਾ ਸਕਦਾ ਹੈ। ਬਾਲਕ ਬੂਢਾ ਜੋ ਨਹ ਤਰਨਾ। ਇਹ ਜਿਹੜਾ ਆਤਮਾ ਹੈ ਉਹ ਬੱਚਾ ਨਹੀਂ ਹੁੰਦਾ ਹੈ, ਉਹ ਬੁੱਢਾ ਨਹੀਂ ਹੁੰਦਾ, ਉਹ ਜਵਾਨ ਵੀ ਨਹੀਂ ਹੁੰਦਾ। ਇਹ ਤਿੰਨੇ ਸਰੀਰ ਦੇ ਧਰਮ ਹੈ। ਚਾਹੇ ਕਦਾਚਿਤ ਜਨਮ ਨ ਮਰਨਾ। ਜਿਸ ਦੇ ਵਿੱਚ ਕਦੇ ਕਦੇ ਵੀ ਜੰਮਣਾ ਮਰਨਾ, ਇਹ ਵੀ ਸਰੀਰ ਦੇ ਧਰਮ ਹੀ ਹੈ। ਜੰਮਦਾ ਮਰਦਾ ਸਰੀਰ, ਬੁੱਢਾ ਜਵਾਨ, ਇਸੇ ਤਰ੍ਹਾਂ ਬਾਲਕ ਜੋ ਸਰੀਰ ਹੀ ਹੁੰਦਾ ਹੈ। ਜਾਂ ਕੋ ਭੂਖ ਪਿਆਸ ਨ ਥੋਰੀ। ਜੇ ਤੇਰੇ ਆਤਮਾ ਨੂੰ ਕਹਿੰਦੇ ਥੋੜੇ ਮਾਤਰ ਭੁੱਖ ਤੇ ਨਹੀਂ, ਇਹ ਪੰਜੇ ਪ੍ਰਾਣਾਂ ਦਾ ਧਰਮ ਹੈ ਭੁੱਖ ਤੇ। ਜਿਹ ਬਿਸਰੇ ਤੇ ਹੋਇ ਦੁਖ ਘੋਰੀ। ਜਿਸ ਆਤਮ ਸਰੂਪ ਨੂੰ ਭੁਲਾਉਣੇ ਕਰਕੇ ਭਿਆਨਕ ਦੁੱਖ ਹੁੰਦੇ ਹਨ ਇਹ ਜੀਵ ਦੇ ਤਾਈਂ। ਸੁਨ ਬੁਲਾਰ ਇਸ ਵਿਦ ਕੇ ਬੈਨਾ। ਇਸ ਤਰ੍ਹਾਂ ਦੇ ਬਚਨ ਮਹਾਰਾਜ ਦੇ ਮੁਖ ਤੋਂ ਸੁਣ ਕੇ ਰਾਏ ਬੁਲਾਰ ਨੇ ਨਿਜ ਸਰੂਪ ਜਾਣਿਓ ਸੁਖ ਐਨਾ। ਜੋ ਸੁਖਾਂ ਦਾ ਕਰ ਆਪਣਾ ਸਰੂਪ ਉਹਨੂੰ ਜਾਣ ਲਿਆ ਹੈ। ਭਇਓ ਨਿਮਗਨ ਅਥਾਹ ਆਨੰਦਾ। ਅਥਾਹ ਤੋਂ ਰਹਿਤ ਜਿਹੜਾ ਆਨੰਦ ਆ ਉਹਦੇ ਵਿੱਚ ਲੀਨ ਹੋ ਗਿਆ, ਮਸਤ ਹੋ ਗਿਆ। ਛੂਟ ਗਏ ਜਗ ਕੇ ਸਭ ਫੰਦਾ। ਸਾਰੇ ਸੰਸਾਰ ਦੇ ਜਿਹੜੇ ਮੋਹ ਮਮਤਾ ਦੇ ਬੰਦੇ ਫੰਦੇ ਫਾਹੇ ਸੀ ਉਹ ਛੁੱਟ ਗਏ ਇਸ ਦੇ। ਹਾਥ ਬੰਦ ਕਾ ਪਦ ਬੰਧਨ ਧਾਰੀ। ਉਸ ਵੇਲੇ ਰਾਏ ਬੁਲਾਰ ਨੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ। ਉਸਤਤ ਪਦ ਕੀ ਗੇਰਾ ਉਚਾਰੀ। ਜਿਨ੍ਹਾਂ ਪਦਾਂ ਵਿੱਚ ਉਸਤਤੀ ਹੈ ਉਸ ਤਰ੍ਹਾਂ ਦੀ ਬਾਣੀ ਉਚਾਰਨ ਕੀਤੀ ਹੈ। ਧੰਨ ਧੰਨ ਪੂਰਨ ਗੁਰਦੇਵਾ। ਇਹ ਪੂਰਨ ਸਤਿਗੁਰੂ ਤੁਸੀਂ ਧੰਨ ਹੋ, ਤੁਸੀਂ ਧੰਨ ਹੋ। ਕਿਰਪਾ ਤੁਮਾਰ ਲਖਿਓ ਅਸ ਭੇਵਾ। ਤੁਹਾਡੀ ਕਿਰਪਾ ਕਰਕੇ ਐਸਾ ਜਿਹੜਾ ਮੇਰਾ ਆਤਮ ਸਰੂਪ ਉਹਦਾ ਭੇਦ ਮੈਂ ਜਾਣ ਲਿਆ ਹੈ। ਰਾਗ ਦ્વੈ ਖੁਦੈ ਸਿੰਘ ਸਮਾਨਾ। ਮਹਾਰਾਜ ਜਿਹੜੇ ਰਾਗ ਤੇ ਦ્વੈ ਸੀ ਇਹ ਤਾਂ ਬਹੁਤ ਵੱਡੇ ਸ਼ੇਰਾਂ ਦੇ ਸਮਾਨ ਸੀ। ਇਨਕੇ ਭੈ ਤੇ ਮੁਝ ਹੈ ਮੁਚਾਨਾ। ਤੁਸੀਂ ਮਹਾਰਾਜ ਇਹਨਾਂ ਦੋਹਾਂ ਸ਼ੇਰਾਂ ਦੇ ਭੈ ਤੋਂ ਮੈਨੂੰ ਬਚਾ ਲਿਆ, ਛਡਾ ਲਿਆ ਹੈ। ਗ੍ਰਸਿਓ ਸਰਪ ਦੀਰਘ ਅਹੰਕਾਰਾ। ਮੈਨੂੰ ਮਾਰਾ ਹੰਕਾਰ ਰੂਪੀ ਬਹੁਤ ਵੱਡੇ ਸੱਪ ਨੇ ਫੜਿਆ ਹੋਇਆ ਸੀ। ਦੀਨ ਜਾਨ ਤੁਮ ਲੀਨ ਅੱਜ ਉਬਾਰਾ। ਮਾਰਾ ਮੈਨੂੰ ਗਰੀਬ ਜਾਣ ਕੇ, ਦੁਖੀ ਜਾਣ ਕੇ ਹੰਕਾਰ ਰੂਪੀ ਵੱਡੇ ਸੱਪ ਤੋਂ ਬਚਾ ਲਿਆ ਹੈ। ਅਬ ਮੈਂ ਆਤਮ ਰੂਪ ਪਛਾਨਾ। ਇਹ ਗੁਰੂ ਨਾਨਕ ਸਾਹਿਬ ਤੁਹਾਡੀ ਕਿਰਪਾ ਨਾਲ ਹੁਣ ਮੈਂ ਆਪਣੇ ਆਤਮਾ ਸਰੂਪ ਨੂੰ ਪਛਾਣ ਲਿਆ, ਸਮਝ ਲਿਆ। ਜਿਸ ਜਾਣੇ ਜਗ ਕੋ ਦੁਖ ਹਾਨਾ। ਜਿਹਦੇ ਜਾਣਨੇ ਕਰਕੇ ਸੰਸਾਰ ਦੇ ਸਾਰੇ ਦੁੱਖਾਂ ਦਾ ਖਾਤਮਾ ਹੋ ਗਿਆ। ਉਸ ਪ੍ਰਕਾਰ ਕੋ ਸੁਨ ਉਪਦੇਸ਼ੂ। ਐਸੇ ਪ੍ਰਕਾਸ਼ ਢੰਗ ਦਾ ਉਪਦੇਸ਼ ਸੁਣ ਕੇ ਜਾਣਿਓ ਸਹਿਜ ਸਰੂਪ ਨਰੇਸ਼ੂ। ਜਿਹੜਾ ਰਾਏ ਬੁਲਾਰ ਹੈ ਉਸਨੇ ਆਪਣਾ ਜਿਹੜਾ ਸਹਿਜ ਸਰੂਪ ਹੈ, ਗਿਆਨ ਸਰੂਪ ਨੂੰ ਜਾਣ ਲਿਆ ਹੈ। ਏਕ ਆਤਮਾ ਵਿਆਪਕ ਸਾਰੇ। ਇਹ ਸਾਰੇ
ਪਾਸੇ ਇੱਕੋ ਆਤਮਾ ਹੀ ਵਿਆਪਕ ਹੋ ਰਿਹਾ ਹੈ। ਤੋ ਭੇਦ ਸੋ ਦੂਰ ਨਿਵਾਰੇ। ਜਿਹੜਾ ਨਤਪਣਾ ਸੀ ਭੇਦ ਸੁਣਾ ਵੀ ਆ ਵੱਖਰਾ ਵੱਖਰਾ ਉਹ ਸਾਰਾ ਨਿਵਰਤ ਕਰਕੇ ਦੂਰ ਕਰ ਦਿੱਤਾ ਹੈ। ਕਰ ਬੁਲਾਰ ਕੋ ਭਲੇ ਨਿਹਾਲਾ। ਉਹ ਗੁਰੂ ਮਹਾਰਾਜ ਨੇ ਆਤਮਾ ਦੀ ਲਖਤਾ ਕਰਾ ਕੇ ਰਾਏ ਬੁਲਾਰ ਨੂੰ ਚੰਗੀ ਤਰ੍ਹਾਂ ਨਿਹਾਲੋ ਨਿਹਾਲ ਕਰਕੇ ਪੁਨ ਆਏ ਨਿਜ ਸਦਨ ਕਿਰਪਾਲਾ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਉੱਠ ਕੇ ਆਪਣੇ ਘਰ ਵੱਲ ਨੂੰ ਚਲੇ ਆਏ। ਮਨ ਹੋ ਗਿਆਨ ਕੋ ਤਰਨ ਵਿਰਾਜੈ। ਮਨੋ ਕਹਿੰਦੇ ਮਹਾਰਾਜ ਗਿਆਨ ਦੇ ਸੂਰਜੀ ਵਿਰਾਜ ਰਹੇ ਆ ਸਜ ਰਹੇ। ਜਿਹ ਕੇ ਦਰਸ਼ਨ ਕਲ ਮਲ ਭਾਜੈ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਕਲਯੁਗ ਦੇ ਜਿੰਨੇ ਪਾਪ ਹੈ ਮੈਲ ਰੂਪ ਭਜਦੇ ਆ ਦੌੜਦੇ। ਕਿਤਕ ਦਿਵਸ ਇਸ ਭਾਂਤ ਬਿਤਾਏ। ਕਵੀ ਜੀ ਕਹਿੰਦੇ ਭਾਈ ਬਾਲਾ ਜੀ ਕਹਿ ਰਹੇ ਕੁਝ ਕੁ ਦਿਨ ਉਹ ਗਿਆਨ ਦੇਣ ਤੋਂ ਬਾਅਦ ਸਤਿਗੁਰਾਂ ਨੇ ਫਿਰ ਆਪਣੇ ਨਗਰੀ ਦਿਨ ਬਤੀਤ ਕੀਤੇ। ਸ਼ੁਭ ਮਗ ਦੇਨ ਜਗਤ ਜੋ ਆਏ। ਜਿਹੜੇ ਗੁਰੂ ਨਾਨਕ ਸਾਹਿਬ ਜੀ ਸੰਸਾਰ ਦੇ ਜਿਹੜਾ ਚੰਗਾ ਭਾਵ ਭਗਤੀ ਦਾ ਰਸਤਾ ਸਭ ਨੂੰ ਦੇਣ ਵਾਸਤੇ ਆਏ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਨੇ ਜਿਹੜਾ ਕੋਈ ਵਿਧਾਨ ਸ਼ਾਸਤਰ ਪੜ੍ਹਿਆ ਹੈ ਉਹਨੂੰ ਆਪਣਾ ਜਣਾਉਂਦਿਆਂ ਹੋਇਆਂ ਇਸ ਤਰ੍ਹਾਂ ਦਾ ਜਿਹੜਾ ਅਖਿਆਨ ਜਾਂ ਪ੍ਰਸੰਗ ਜਾ ਕੇ ਹੈ। ਬਾਕੀ ਗੁਰੂ ਨਾਨਕ ਸਾਹਿਬ ਜੀ ਕੋਈ ਇਸ ਤਰ੍ਹਾਂ ਦੇ ਗਿਆਨਮਈ ਬਚਨ ਆਤਮ ਸਰੂਪ ਨੂੰ ਜਣਾਉਣ ਵਾਸਤੇ ਕੋਈ ਬਹੁਤੇ ਬਚਨ ਨਹੀਂ ਕਰਦੇ ਸੀ। ਉਹ ਤਾਂ ਨਾਨਕ ਨਦਰੀ ਨਜ਼ਰ ਨਿਹਾਲ ਔਰ ਮਿਹਰ ਦੀ ਨਿਗਾਹ ਨਾਲ ਹੀ ਉਹ ਅਗਿਆਨ ਦੇ ਪਰਦੇ ਦੂਰ ਕਰਕੇ ਗਿਆਨ ਦੇ ਪਰਦੇ ਤਖਤੇ ਖੋਲ੍ਹਦੇ ਗਿਆਨਵਾਨ ਬਣਾ ਦਿੰਦੇ ਸਨ। ਇਹ ਤਾਂ ਕਵੀ ਜੀ ਨੇ ਵੀ ਇਹ ਜਿਹੜਾ ਮੈਂ ਵਿਧਾਨ ਸ਼ਾਸਤਰ ਪੜ੍ਹਿਆ ਹੋਇਆ ਹੈ ਤੇ ਉਹਨੂੰ ਜਣਾਉਣ ਵਾਸਤੇ ਰਾਏ ਬੁਲਾਰ ਦਾ ਇੱਥੇ ਬਹਾਨਾ ਜਿਹਾ ਬਣਾ ਲਿਆ। ਉਸਨੇ ਆਪਣੀ ਵਿਦਤਾ ਜਨਾਈ ਹੈ ਵੀ ਮੈਂ ਇੰਨਾ ਕੁ ਵਿਦਵਾਨ ਇੰਨਾ ਕੁ ਵਿਦਾਂਤ ਮੈਂ ਪੜ੍ਹਿਆ। ਅੱਗੇ ਜਾ ਕੇ ਵੀ ਕਈ ਥਾਈਂ ਇਹ ਆਪਣੀ ਵਿਦਵਤਾ ਜਾਂ ਕਵੀ ਜੀ ਜਣਾਉਣਗੇ ਵਿਧਾਨ ਸ਼ਾਸਤਰ ਨੂੰ ਜਣਾਉਣਗੇ। ਖਾਸ ਕਰਕੇ ਜਿਹੜੀ ਪੰਜਵੀਂ ਰੁੱਤ ਹੈ ਉੱਥੇ ਤਾਂ ਫਿਰ ਆਪਣਾ ਪੂਰੇ ਹੀ ਕਵੀ ਜੀ ਨੇ ਗਿਆਨ ਘੋਟਿਆ ਵੀ ਮਹਾਰਾਜ ਦੇ ਮੁਖ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੁਖ ਤੋਂ ਕਹਾਇਆ ਵੀ ਭਾਈ ਦਇਆ ਸਿੰਘ ਜੀ ਪੂਰਨ ਗਿਆਨਵਾਨ ਹੈ ਵੀ ਇਹਨਾਂ ਨਾਲ ਮਿਲ ਕੇ ਖਾਲਸਾ ਜੀ ਤੁਸੀਂ ਗਿਆਨ ਚਰਚਾ ਕਰ ਲਿਆ ਕਰੋ। ਉੱਥੇ ਇਸ ਤਰ੍ਹਾਂ ਭਾਈ ਦਇਆ ਸਿੰਘ ਦੇ ਰਾਹੀਂ ਆਪਣਾ ਜਿਹੜਾ ਯੋਗ ਸ਼ਾਸਤਰ ਉਹ ਪੜ੍ਹਿਆ। ਉਹ ਇਸੇ ਤਰ੍ਹਾਂ ਜਿਹੜਾ ਨਿਆਏ ਸ਼ਾਸਤਰ ਪੜ੍ਹਿਆ ਉਹਦਾ ਸਾਰਾ ਨਿਰਣਾ ਸਾਂਖ ਸ਼ਾਸਤਰ ਪੜ੍ਹਿਆ ਵੈਸ਼ੇਖ ਸ਼ਾਸਤਰ ਪੜ੍ਹਿਆ ਹੈ। ਇਹ 6 ਸ਼ਾਸਤਰਾਂ ਦਾ ਜਿਹੜਾ ਸਾਰ ਸਿਧਾਂਤ ਹੈ ਉਹ ਜਿਵੇਂ ਕਵੀ ਜੀ ਨੇ ਸਮਝਿਆ ਉੱਥੇ ਫਿਰ ਇਸ ਬਹਾਨੇ ਨਾਲ ਸਾਰਾ ਖੋਲ ਕੇ ਦਿੱਤਾ ਹੈ। ਅੱਜ ਰਾਏ ਬੁਲਾਰ ਦੇ ਗਿਆਨ ਦੇ ਵਿੱਚ ਵੀ ਕਵੀ ਜੀ ਨੇ ਆਪਣੇ ਵੱਲੋਂ ਜਿਹੜਾ ਕੋਈ ਉਹ ਗਿਆਨਮਈ ਪੁਸਤਕਾਂ ਨੂੰ ਪੜ੍ਹਾਇਆ ਉਹਦਾ ਥੋੜ੍ਹਾ ਜਿਹਾ ਆਪਣੇ ਵੱਲੋਂ ਦੇ ਦਿੱਤਾ ਹੈ। ਆਪਾਂ ਪੜ੍ਹਿਆ ਸੁਣਿਆ ਵਿਚਾਰਿਆ ਹੈ। ਸੋ ਸਤਿਗੁਰੂ ਇਸੇ ਤਰ੍ਹਾਂ ਹੀ ਮਿਹਰ ਦੀ ਨਿਗਾਹ ਨਾਲ ਹੀ ਸਾਰਾ ਕੁਛ ਕਰਾ ਦਿੰਦੇ ਸੀ। ਐਸਾ ਉਹਨਾਂ ਨੂੰ ਬਹੁਤਾ ਕਹਿਣਾ ਕਹਾਉਣ ਦੀ ਲੋੜ ਨਹੀਂ ਪੈਂਦੀ ਵੀ ਤੂੰ ਬੁੱਧ ਨਹੀਂ ਹੈ, ਤੂੰ ਮਨ ਨਹੀਂ ਹੈ, ਤੂੰ ਇੰਦਰੇ ਨਹੀਂ ਹੈ, ਤੂੰ ਸਰੀਰ ਨਹੀਂ ਹੈ, ਤੂੰ ਪ੍ਰਾਣ ਨਹੀਂ ਹੈ। ਵਿਧਾਨ ਸ਼ਾਸਤਰ ਵਿੱਚ ਐਸਾ ਇਹ ਸਾਰਾ ਨੰਬਰਵਾਰ ਆਉਂਦਾ ਹੈ ਵੀ ਇਹ 3 ਤਰ੍ਹਾਂ ਦੇ ਸਰੀਰ ਨੇ। ਪਹਿਲਾਂ ਇਹਨਾਂ ਵਿੱਚ ਹੰਗਤਾ ਹੁੰਦੀ ਹੈ ਵੀ ਮੇਰਾ ਸਥੂਲ ਸਰੀਰ ਮੈਂ ਹੋਊਂਗਾ। ਫਿਰ ਅੱਗੇ ਇਸ ਤੋਂ ਅੱਗੇ ਵੀ ਜਿਹੜਾ 17 ਤੱਤਾਂ ਦਾ ਸੂਖਮ ਸਰੀਰ ਹੈ, 5 ਕਰਮ ਇੰਦਰੇ, 5 ਗਿਆਨ ਇੰਦਰੇ, 5 ਪ੍ਰਾਣ ਇੰਦਰੇ, 5 ਪ੍ਰਾਣ ਤੇ ਮਨ ਤੇ ਬੁੱਧ, ਇਹ ਜਿਹੜੇ 17 ਹੈ ਇਹਨਾਂ ਨੂੰ ਸੂਖਮ ਸਰੀਰ ਕਹਿ ਦਿੰਦੇ ਹੈ। ਇਸੇ ਤਰ੍ਹਾਂ ਅੱਗੇ ਹੈ ਅਗਿਆਨ ਸਹਿਤ ਜਿਹੜਾ ਹੈ ਜੀਵਾਤਮਾ ਹੈ ਉਹ ਕਾਰਨ ਸਰੀਰ ਹੈ। ਇਹ ਹੋਊਗਾ। ਇਹਨਾਂ ਸਰੀਰਾਂ ਤੋਂ ਬਾਅਦ ਫਿਰ ਜਿਹੜੇ ਸਰੀਰ ਦੇ ਵਿੱਚ ਇੰਦਰੇ ਕੰਮ ਕਰ ਰਹੇ ਕਰਮ ਇੰਦਰੇ ਜਾਂ ਗਿਆਨ ਇੰਦਰੇ ਉਹਨਾਂ ਤੇ ਫਿਰ ਅੱਗੇ 5 ਪ੍ਰਾਣ ਉਪਾਨ ਬਿਆਨ ਸਮਾਨ ਬਿਆਨ ਇਹਨਾਂ ਦੀ ਅੱਡੋ-ਅੱਡੀ ਕਿਰਿਆ ਹੈ। ਕੋਈ ਸਾਰੇ ਸਰੀਰ ਦੇ ਵਿੱਚ ਉਹ ਖੂਨ ਦਾ ਬਲੱਡ ਦਾ ਦੌਰਾ ਕਰਾ ਰਿਹਾ ਹੈ। ਕੋਈ ਹੈ ਜਿਹੜਾ ਗੱਡ ਦੇ ਵਿੱਚ ਹੈ ਇਹਦੇ ਕਰਕੇ ਆਵਾਜ਼ ਨਿਕਲ ਰਹੀ ਹੈ, ਇਉਂ ਕਰ ਰਿਹਾ ਹੈ।
ਕੋਈ ਜਿਹੜਿਆ ਪਾਨ ਤੇ ਅਪਾਨ ਧੁਨੀ ਵਿੱਚ ਹੈ, ਜਿਨ੍ਹਾਂ ਕਰਕੇ ਆਸਵਾਸ ਆ ਜਾ ਰਹੇ ਨੇ। ਇਹ ਤਾਦਕ ਸਾਰੇ ਪ੍ਰਾਣ ਜਿਹੜੇ ਉਹਨਾਂ ਦੀ ਕਿਰਿਆ ਦੱਸੀ ਹੈ ਵੀ ਉਹ ਵੀ ਤੂੰ ਹੈ ਨਹੀਂ ਹੈ, ਕਿਉਂਕਿ ਜੜ ਹੈ ਤੇਰੇ ਸਰੂਪ ਤੋਂ ਬਗੈਰ। ਇਸ ਤਰ੍ਹਾਂ ਜਾਣੀ ਉਹ ਵਿਧਾਨ ਸ਼ਾਸਤਰ ਵਿੱਚ ਸਾਰਾ ਕੁਝ ਇਹ ਵੱਖਰੇ ਵੱਖਰੇ ਵਿੱਚ ਉਹ ਭੇਦ ਰੂਪ ਵਿੱਚ ਜਨਾਇਆ ਹੋਇਆ ਹੈ। ਤੇ ਜਿਵੇਂ ਵੀ ਇਹ ਜਨਾਇਆ ਉਸੇ ਤਰ੍ਹਾਂ ਕਵੀ ਜੀ ਨੇ ਅੱਜ ਦੇ ਪ੍ਰਸੰਗ ਵਿੱਚ ਸੁਣਾਇਆ, ਖੋਲ ਖੋਲ ਆਪਾਂ ਸੁਣਿਆ ਹੈ। ਭਾਵੇਂ ਜਿਹੜੀ ਐਸੀ ਵਿਧਾਨ ਦੀ ਪ੍ਰਕਿਰਿਆ ਜੀ ਬਹੁਤ ਕਠਿਨ ਜੀ ਹੈ, ਇਹਦੀ ਸਮਝ ਬਹੁਤ ਘੱਟ ਲੱਗਦੀ। ਜੇ ਤਾਂ ਵਿਧਾਨ ਸ਼ਾਸਤਰ ਥੋੜ੍ਹਾ ਬਹੁਤਾ ਪੜ੍ਹਿਆ ਹੋਵੇ, ਅਧਿਆਤਮ ਪ੍ਰਕਾਸ਼ ਵਿਚਾਰ ਵਾਲਾ, ਫਿਰ ਤਾਂ ਇਸ ਦੇ ਪ੍ਰਸੰਗ ਦੀ ਸਮਝ ਆ ਜਾਂਦੀ। ਜੇ ਪੁਸਤਕਾਂ ਨਾ ਪੜ੍ਹੀਆਂ ਹੋਣ ਫਿਰ ਇਸ ਪ੍ਰਸੰਗ ਦਾ ਕੁਝ ਨਹੀਂ ਪਤਾ ਚੱਲਦਾ ਵੀ ਅੱਜ ਕੀ ਆਇਆ ਹੈ, ਕਿਉਂਕਿ ਜਿਹੜੀ ਸੌਖੀ ਜੀ ਸਾਖੀ ਤਾਂ ਹੈ ਨਹੀਂ ਹੈ, ਜਿਸ ਕਰਕੇ ਇਹਦੀ ਜਿਹੜੀ ਸਮਝ ਹੈ ਅੱਜ ਬਹੁਤ ਘੱਟ ਆਈ ਹੋਏਗੀ। ਰੋਹ ਵਿਚਾਰ ਜਿਵੇਂ ਗੁਰੂ ਮਹਾਰਾਜ ਨੇ ਇਹ ਕੌਲਾਂ ਦੇ ਤਾਈਂ ਤੁਲਸਾਂ ਦਾਸੀ ਦੇ ਤਾਈਂ ਆਪ ਜੀ ਨੇ ਨਿਹਾਲ ਕੀਤਾ, ਗਿਆਨ ਦੀ ਬਖਸ਼ਿਸ਼ ਕੀਤੀ। ਉਹ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਆ ਜਾਏਗਾ, ਉਹ ਆਪਾਂ ਫਿਰ ਅੱਗੇ ਰਲ ਮਿਲ ਕੇ ਪੜ੍ਹਾ ਸੁਣਾ ਕੇ ਲਾਹਾ ਲਵਾਂਗੇ। ਸਮਾਂ ਹੈ ਇੱਥੇ ਸਮਾਪਤੀ ਹੈ ਜੀ। ਮਨ ਹੋ ਗਿਆਨ ਕੋ ਤਰਨ ਬਿਰਾਜੈ, ਜਿਹ ਕੇ ਦਰਸ਼ਨ ਕਲ ਮਲ ਭਾਜੈ। ਕਿਤਕ ਦਿਵਸ ਇਸ ਭਾਂਤ ਬਿਤਾਏ, ਸ਼ੁਭ ਮਗ ਦੇਨ ਜਗਤ ਜੋ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।